ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਧਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਵਾ ਕਰ ਧਿਆਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗਰੀਬ ਨਵਾਜ਼ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਗਰੀਬ ਨਵਾਜ਼ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚੋਂ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਚੋਂ ਅੱਜ ਵਾਲਾ ਪਾਵਨ ਸ਼ਬਦ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਮਾਨਯੋਗ ਗਿਆਨੀ ਅਰਨਜੀਤ ਸਿੰਘ ਜੀ ਹੋਰਾਂ ਤੋਂ ਅਸਾਂ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਜਪਜੀ ਸਾਹਿਬ ਜੀ ਦੀ ਬਾਣੀ ਸਿੱਖ ਦੇ ਪ੍ਰਾਣ ਹਨ, ਸਿੱਖ ਦੇ ਸਵਾਸ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਜਾਂਦੇ ਨਗਰ ਵਾਲੇ ਬੇਨਤੀ ਕਰਦੇ, ਮਹਾਰਾਜ ਕੁਝ ਦਿਨ ਤੁਸੀਂ ਹੋਰ ਸਾਡੇ ਕੋਲ ਠਹਿਰੋ। ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਕਹਿੰਦੇ ਅੱਗੇ ਜਾਣਾ ਹੈ
ਤੇ ਬੜੇ ਪਿਆਰ ਦੇ ਨਾਲ ਜਗਿਆਸੂ ਤੇ ਸ਼ਰਧਾਲੂ ਕਹਿੰਦੇ, ਮਹਾਰਾਜ ਦੁਬਾਰਾ ਕਦੋਂ ਆਓਗੇ? ਗੁਰੂ ਨਾਨਕ ਦੇਵ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ, ਸਿੱਖਾ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰੇਂਗਾ, ਰਸਨਾ ਤੇਰੀ ਹੋਵੇਗੀ, ਬੋਲਦਾ ਮੈਂ ਹੋਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਸ ਘਰ ਵਿੱਚ ਜਪਜੀ ਦਾ ਵਾਸਾ ਹੋਏਗਾ ਉਸ ਘਰ ਵਿੱਚ ਮੇਰਾ ਵਾਸਾ ਹੋਏਗਾ। ਜਿਸ ਹਿਰਦੇ ਵਿੱਚ ਜਪਜੀ ਦਾ ਵਾਸਾ ਹੈ ਉਸ ਹਿਰਦੇ ਵਿੱਚ ਮੇਰਾ ਵਾਸਾ ਹੋਏਗਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਉਚਾਰਨ ਕੀਤੀ ਹੋਈ ਇਹ ਪਹਿਲੀ ਅੰਮ੍ਰਿਤ ਬਾਣੀ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖਾਂ ਦਾ ਜਿਹੜਾ ਜਨਮ ਹੈ ਉਹ ਸਫਲ ਹੋ ਜਾਂਦਾ ਹੈ। ਗੁਰਮੁਖ ਜਨਮ ਸਕਾਰਥਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਹਾਂ ਆਪ ਜੀ ਦੇ ਚਰਨਾਂ ਵਿੱਚ, ਜਿਹੜਾ ਅੱਜ ਦਾ ਪਾਵਨ ਸ਼ਬਦ ਆਪਾਂ ਸਿੰਘ ਸਾਹਿਬ ਜੀ ਹੋਰਾਂ ਤੋਂ ਸਰਵਣ ਕੀਤਾ ਹੈ, ਇਸ ਤੋਂ ਪਹਿਲਾਂ ਜਿਹੜੀਆਂ 4 ਪੌੜੀਆਂ ਹਨ ਉਹ ਸੁਣਨ ਦੇ ਪਰਥਾਏ ਹਨ। ਇਹ ਜਿਹੜੀਆਂ 4 ਪੌੜੀਆਂ ਹਨ ਇਹ ਮੰਨਣ ਦੇ ਪਰਥਾਏ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਬਾਣੀ ਤੇ ਬਹੁਤ ਲੋਕ ਪੜ੍ਹਦੇ ਹਨ, ਪਰ ਜਨਮ ਉਹਨਾਂ ਦਾ ਸਫਲ ਹੁੰਦਾ ਹੈ ਗੁਰਮੁਖ ਜਨਮ ਸਕਾਰਥਾ। ਗੁਰਬਾਣੀ ਪੜ੍ਹ ਸਮਝ ਸੁਨੇਹੀ। ਗੁਰਬਾਣੀ ਨੂੰ ਸਮਝ ਕੇ ਪੜ੍ਹੇ, ਵਿਚਾਰ ਕੇ ਪੜ੍ਹੇ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੇਲੇ ਇੱਕ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕਰਨ ਲੱਗਾ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਗੁੱਜਰ ਜੀ ਆਇਆ ਹੈ। ਭਾਈ ਗੁੱਜਰ ਕਹਿਣ ਲੱਗਾ, ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨਾ ਹੋਏ, ਕੋਈ ਵਿਧੀ ਦੱਸੋ, ਕੋਈ ਢੰਗ ਦੱਸੋ, ਕੋਈ ਤਰੀਕਾ ਦੱਸੋ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿੰਦੇ, ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੋਏ, ਉਹਦੀ ਵਿਧੀ, ਉਹਦਾ ਢੰਗ, ਉਹਦਾ ਤਰੀਕਾ ਇਹ ਹੈ, ਜਪਜੀ ਅਰਥ ਵਿਚਾਰਨ ਕਰੋ। ਜਦੋਂ ਜਪਜੀ ਸਾਹਿਬ ਦਾ ਪਾਠ ਕਰੋ, ਵਿਚਾਰ ਕੇ ਪਾਠ ਕਰੋ। ਜਪਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਤਰੋ। ਜਪਜੀ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰੋ, ਉਹਨਾਂ ਅਰਥਾਂ ਨੂੰ ਆਪਣੇ ਮਨ ਵਿੱਚ ਹਰ ਰੋਜ਼ ਵਸਾਓ ਤੇ ਹਰ ਰੋਜ਼ ਹੀ ਜਪਜੀ ਸਾਹਿਬ ਦਾ ਪਾਠ ਕਰਨਾ। ਹਰ ਰੋਜ਼ ਹੀ ਅਰਥਾਂ ਦੀ ਵਿਚਾਰ ਕਰਨੀ, ਸਮਝ ਕੇ ਪਾਠ ਕਰਨਾ। ਸਿੱਖ ਕਹਿਣ ਲੱਗਾ, ਮਹਾਰਾਜ ਜੇ ਜਪਜੀ ਸਾਹਿਬ ਦਾ ਪਾਠ ਇੱਕੋ ਦਿਨ ਹੀ ਬੜੇ ਧਿਆਨ ਦੇ ਨਾਲ ਸਮਝ ਕੇ ਵਿਚਾਰ ਕੇ ਕਰ ਲਈਏ ਤੇ ਸਾਰੇ ਅਰਥ ਇੱਕੋ ਦਿਨ ਸਮਝ ਲਈਏ, ਤੇ ਫਿਰ ਵੀ ਹਰ ਰੋਜ਼ ਇਹਨਾਂ ਅਰਥਾਂ ਦੀ ਜਪਜੀ ਸਾਹਿਬ ਦੇ ਪਾਠ ਦੀ ਲੋੜ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਸਿੱਖਾ ਭੋਜਨ ਪ੍ਰਸ਼ਾਦਾ ਪਾਣੀ ਹਰ ਰੋਜ਼ ਛਕਣਾ ਹੁੰਦਾ? ਕਹਿੰਦਾ ਜੀ ਹਰ ਰੋਜ਼ ਛਕੀਦਾ। ਮਹਾਰਾਜ ਕਹਿੰਦੇ, ਸਿੱਖਾ ਤੂੰ ਅੱਜ ਇਸ ਤਰ੍ਹਾਂ ਕਰੇ, ਘਰ ਵਿੱਚ ਜਾ ਕੇ ਇੰਨਾ ਪ੍ਰਸ਼ਾਦਾ ਛਕ ਲਈ, ਇੰਨਾ ਪ੍ਰਸ਼ਾਦਾ ਛਕ ਲਈ ਕਿ ਤੈਨੂੰ ਦੁਬਾਰਾ ਜ਼ਰੂਰਤ ਨਾ ਪਏ, ਦੁਬਾਰਾ ਲੋੜ ਨਾ ਪਏ। ਉਹ ਸਿੱਖ ਕਹਿੰਦਾ, ਮਹਾਰਾਜ ਜਿੰਨਾ ਮਰਜ਼ੀ ਪ੍ਰਸ਼ਾਦਾ ਛਕ ਲਈਏ, ਭੁੱਖ ਤੇ ਲੱਗਦੀ ਹੈ ਫਿਰ ਦੁਬਾਰਾ। ਮਹਾਰਾਜ ਇਹ ਤੇ ਦਿਹਾੜੀ ਵਿੱਚ ਕਈ ਵਾਰੀ ਲੱਗਦੀ ਹੈ।
ਮਹਾਰਾਜ ਇੱਕੋ ਦਿਨ ਪ੍ਰਸ਼ਾਦਾ ਭੋਜਨ ਛਕਿਆ ਦਿਨ ਨਹੀਂ ਲੰਘਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਆਖਣ ਲੱਗੇ, ਪੁਰਖਾ ਜਿਹੜਾ ਭੋਜਨ ਹੈ ਇਹ ਸਾਡੇ ਸਰੀਰ ਦੀ ਖੁਰਾਕ ਹੈ, ਇਹ ਜਿਹੜਾ ਜਪਜੀ ਹੈ ਇਹ ਆਤਮਾ ਦੀ ਖੁਰਾਕ ਹੈ। ਮਹਾਰਾਜ ਕਹਿੰਦੇ ਜਿਵੇਂ ਸਰੀਰ ਨੂੰ ਚਲਾਉਣ ਲਈ ਭੋਜਨ ਜ਼ਰੂਰੀ ਹੈ, ਇਸੇ ਤਰ੍ਹਾਂ ਸਾਡੀ ਆਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭੁੱਖੀ ਹੀ ਰਹਿੰਦੀ ਹੈ। ਸਾਧ ਸੰਗਤ, ਮੈਨੂੰ ਯਾਦ ਹੈ 4-5 ਸਾਲ ਪਹਿਲਾਂ ਦੀ ਗੱਲ ਹੈ, ਇੱਕ ਗੁਰੂ ਕਾ ਸਿੱਖ ਮਿਲਿਆ, ਲਿਬਾਸ ਕਰਕੇ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ, ਦਰਸ਼ਨੀ ਸਿੱਖ। ਉਹਦੇ ਨਾਲ ਇੱਕ ਹੋਰ ਸੀ ਜਿਹੜਾ ਸਾਬਤ ਸੂਰਤ ਸੀ। ਕਹਿੰਦਾ ਜੀ ਇਹ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ। ਮੈਂ ਕਿਹਾ ਜੀ ਕਰੋ। ਉਹ ਨਾਲ ਦਾ ਕਹਿਣ ਲੱਗਾ ਉਹਦੀ ਉਮਰ ਹੋਵੇਗੀ 50-55 ਸਾਲ। ਮੈਂ ਕਿਹਾ ਜੀ ਦੱਸੋ। ਕਹਿਣ ਲੱਗਾ ਜੀ ਪਤਾ ਨਹੀਂ ਕੀ ਗੱਲ ਹੈ, ਮੈਨੂੰ ਇਸ ਤਰ੍ਹਾਂ ਜਾਪਦਾ ਮੇਰੀ ਆਤਮਾ ਬਹੁਤ ਭੁੱਖੀ ਹੈ, ਮੇਰੀ ਆਤਮਾ ਭੁੱਖੀ ਹੈ। ਉਹਨੂੰ ਫਿਰ ਮੈਂ ਬੜੇ ਪ੍ਰੇਮ ਦੇ ਨਾਲ ਪੁੱਛਿਆ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਹੋ? ਕਹਿੰਦਾ ਜੀ ਨਹੀਂ ਕਰਦੇ। ਅੰਮ੍ਰਿਤ ਛਕਿਆ ਹੋਇਆ? ਕਹਿੰਦਾ ਜੀ ਨਹੀਂ ਛਕਦੇ। ਗੱਲਾਂ ਚੱਲਦਿਆਂ ਚੱਲਦਿਆਂ ਪੁੱਛਿਆ ਕਿਹਦੇ ਤੁਸੀਂ ਸੇਵਕ ਹੋ, ਕਿਹਨੂੰ ਮੰਨਦੇ ਹੋ? ਉਹਨੇ ਫਿਰ ਇੱਕ ਦੇਹਧਾਰੀ ਦਾ ਨਾਮ ਲਿਆ। ਮੈਂ ਕਿਹਾ ਮੇਰੇ ਵੀਰ ਮੈਂ ਨਹੀਂ ਇਹ ਗੱਲ ਕਹਿੰਦਾ, ਸਾਡੇ ਗੁਰੂਦੇਵ ਜੀ ਕਹਿੰਦੇ ਹਨ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਕਾ ਨਫਰ ਕਿੱਥੋਂ ਰਜ ਖਾਏ। ਜਿਹਦਾ ਮਾਲਕ ਹੀ ਭੁੱਖਾ ਹੈ ਉਸ ਮਾਲਕ ਦੇ ਨੌਕਰ ਨੇ ਕਿੱਥੋਂ ਰਜ ਰਜ ਕੇ ਖਾਣਾ ਹੈ। ਭਾਈ ਪੂਰੇ ਗੁਰੂ ਦੀ ਪੂਰੀ ਬਾਣੀ ਹੈ। ਹਜ਼ੂਰ ਕਹਿੰਦੇ ਨੇ ਹੇ ਭਾਈ ਇਹ ਜਿਹੜੀ ਆਤਮਾ ਹੈ, ਇਹ ਜੇ ਆਤਮਾ ਤ੍ਰਿਪਤ ਹੋ ਸਕਦੀ ਹੈ ਤੇ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਜੀ ਦੀ ਬਾਣੀ ਹੈ। ਗੁਰੂ ਸਾਹਿਬ ਜੀ ਬਾਰ-ਬਾਰ ਕਹਿੰਦੇ ਨੇ ਭਾਈ ਇਹ ਬਾਣੀ ਮਹਾਂਪੁਰਖ ਦੀ, ਭਾਈ ਇਹ ਪਰਮੇਸ਼ਰ ਦੀ ਬਾਣੀ ਹੈ, ਕਿਤੇ ਧੁਰ ਕੀ ਬਾਣੀ ਕਹਿੰਦੇ ਨੇ। ਚਲੋ ਖੈਰ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਗੁਰੂਦੇਵ, ਕੀਰਤਨ ਹੋਇਆ, ਹਜ਼ੂਰ ਨੇ ਅੰਮ੍ਰਿਤ ਕਥਾ ਦੀ ਸਮਾਪਤੀ ਕੀਤੀ। 4 ਸਿੱਖ, ਉਹਨਾਂ ਦਾ ਨਾਮ ਇਤਿਹਾਸ ਵਿੱਚ ਆਇਆ, ਭਾਈ ਜਾਪਾ ਜੀ, ਭਾਈ ਮਈਆ ਜੀ, ਭਾਈ ਕਨ੍ਹਈਆ ਜੀ ਤੇ ਭਾਈ ਤੁਲਸਾ ਜੀ। ਉਹ 4 ਸਿੱਖ ਉੱਠ ਕੇ ਖੜੇ ਹੋ ਗਏ। ਮਹਾਰਾਜ ਕਹਿੰਦੇ ਨੇ ਬੈਠ ਜਾਓ, ਬੈਠ ਕੇ ਦੱਸੋ ਤੁਹਾਡੇ ਮਨ ਵਿੱਚ ਕੀ ਸ਼ੰਕਾ ਹੈ। ਕਹਿੰਦੇ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਭਈ ਆਤਮਾ ਦਾ ਗਿਆਨ ਕਿਵੇਂ ਹੋਵੇਗਾ। ਮਹਾਰਾਜ ਕੋ ਬਾਣੀ ਪੜਨ ਦੀ ਜੁਗਤ ਦੱਸੋ, ਬਾਣੀ ਪੜਨ ਦੀ ਵਿਧੀ ਢੰਗ ਤਰੀਕਾ ਦੱਸੋ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹਨਾਂ ਫਿਰ ਆਖਿਆ ਭਾਈ ਜਿਮ ਨਿਸ ਦਿਨ ਘਰ ਕਾਜ ਸਦਾਏ। ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਸਿੱਖੋ, ਜਿਸ ਤਰ੍ਹਾਂ ਦਿਨ ਰਾਤ ਤੁਸੀਂ ਘਰ ਦਾ ਕੰਮ ਸਵਾਰਦੇ ਹੋ, ਵੇਖਿਆ ਨੂੰ ਹੁਣ ਪੰਜਾਬ ਦੀ ਧਰਤੀ ਤੇ ਜਾਂ ਹੋਰ ਝੋਨਾ ਲੱਗਣਾ ਹੈ, ਜ਼ਿਮੀਂਦਾਰ ਅੱਧੀ ਰਾਤ ਨਾਲ ਜਾਣਾ ਪਏ, ਅੱਧੀ ਰਾਤ ਨਾਲ ਉੱਠ ਕੇ ਪਾਣੀ ਲਾਉਣ ਵਾਸਤੇ ਖੇਤਾਂ ਵਿੱਚ ਤੁਰ ਜਾਂਦਾ ਹੈ। ਜਿਹੜੇ ਲੋਕ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਨੇ ਉਹ ਅੰਮ੍ਰਿਤ ਵੇਲੇ 3 ਵਜੇ 2 ਵਜੇ ਮੰਡੀਆਂ ਵਿੱਚ ਤੁਰ ਜਾਂਦੇ ਨੇ, ਸਬਜ਼ੀ ਲਿਆ ਕੇ ਫਿਰ ਪਿੰਡਾਂ ਵਿੱਚ ਵੇਚਦੇ ਨੇ। ਗੁਰੂ ਰਾਮਦਾਸ ਹਜ਼ੂਰ ਕਹਿੰਦੇ ਨੇ ਜਿਮ ਨਿਸ ਦਿਨ ਕਰ ਕਾਜ ਸਦਾਰੇ। ਭਾਈ ਸਿੱਖੋ ਜਿਵੇਂ ਦਿਨ ਰਾਤ ਤੁਸੀਂ ਘਰ ਦਾ ਕੰਮ ਕਰਦੇ ਹੋ, ਤਿਆਗੋ ਕਬਹੂ ਨਾ ਲੱਗੇ ਪਿਆਰੇ। ਮਹਾਰਾਜ ਕਹਿੰਦੇ ਤੁਸੀਂ ਆਪਣੇ ਘਰ ਦਾ ਕੰਮ ਛੱਡਦੇ ਵੀ ਨਹੀਂ,
ਇਸ ਤਰ੍ਹਾਂ ਹੋ ਸਕਦਾ ਕਿਤੇ ਵੀ ਕੋਈ ਬੰਦਾ 2 ਦਿਨ ਦੁਕਾਨ ਖੋਲ ਲਏ ਤੇ 5 ਦਿਨ ਖੋਲੇ ਹੀ ਨਾ? ਕੋਈ ਇਹੋ ਜਿਹਾ ਹੈਗਾ ਵੀ ਆਪਣੀ ਜਿਹੜੀ ਹੱਟੀ ਹੈ 1 ਦਿਨ ਖੋਲ ਲੇ 5 ਦਿਨ ਫੇਰ ਨਾ ਖੋਲੇ, ਉਹਦੀ ਹੱਟੀ ਚੱਲ ਸਕਦੀ ਹੈ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤਿਆਗੋ ਕਬਹੂ ਨਾ ਲੱਗੇ ਪਿਆਰੇ। ਤੁਸੀਂ ਆਪਣਾ ਕੰਮ ਛੱਡਦੇ ਵੀ ਨਹੀਂ, ਫਿਰ ਤੁਹਾਨੂੰ ਆਪਣਾ ਕੰਮ ਪਿਆਰਾ ਵੀ ਬੜਾ ਲੱਗਦਾ ਹੈ। ਸਾਧ ਸੰਗਤ ਅਸੀਂ ਪਿੰਡ 'ਚ ਵਹਿੰਦੇ ਰਹੇ ਹਾਂ, ਹੱਟੀ ਵਾਲਾ ਜਿਹੜਾ ਪੰਡਤ ਹੁੰਦਾ ਸੀ, ਗਾਹਕ ਆਵੇ ਗਾਹਕ ਨਾ ਆਵੇ, ਵਕਤ ਸਿਰ ਉਹਨੇ ਹੱਟੀ ਖੋਹ ਲੈਣੀ ਤੇ ਬੜੇ ਪਿਆਰ ਦੇ ਨਾਲ ਮਾਂਝਾ ਮੂੰਝਾ ਝਾੜੂ ਮਾਰ ਕੇ ਤੇ ਉਹਨੇ ਵੱਟੇ ਸਾਫ਼ ਕਰਨੇ, ਵੱਟੇ ਉਹਨੇ ਧੋਣੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਵੇਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ, ਆਪਣਾ ਕੰਮ ਤਿਆਗਦੇ ਵੀ ਨਹੀਂ। ਜਿਮ ਨਿਸ ਦਿਨ ਕਰ ਕਾਜ ਸਦਾਰੇ, ਤਿਆਗੋ ਕਬੂ ਨ ਲਗੇ ਪਿਆਰੇ। ਤਥਾ ਪਿਆਰ ਧਰੋ ਗੁਰਬਾਣੀ। ਮਹਾਰਾਜ ਕਹਿੰਦੇ ਨੇ, ਜਿਸ ਤਰ੍ਹਾਂ ਆਪਣੇ ਕੰਮਾਂ ਨੂੰ ਪਿਆਰ ਕਰਦੇ ਹੋ ਨਾ, ਇਸੇ ਤਰ੍ਹਾਂ ਭਾਈ ਬਾਣੀ ਨੂੰ ਵੀ ਪਿਆਰ ਕਰਿਆ ਕਰੋ। ਤਥਾ ਪਿਆਰ ਧਰੋ ਗੁਰਬਾਣੀ, ਪਠਣ ਸੁਣਨ ਕੀ ਚੇਰੋ ਚੁਠਾਣੀ। ਇਸੇ ਤਰ੍ਹਾਂ ਭਾਈ ਪਿਆਰ ਦੇ ਨਾਲ, ਰੁਚੀ ਦੇ ਨਾਲ ਪਾਠ ਕਰਿਆ ਕਰੋ। ਪਰ ਹਜ਼ੂਰ ਕਹਿੰਦੇ ਨੇ, ਧਰਿਓ ਅਰਥ ਜੋ ਸ਼ਬਦ ਵਿਚਾਰਾ। ਜਿਹੜੇ ਸ਼ਬਦ ਵਿੱਚ ਅਰਥ ਰੱਖੇ ਹਨ, ਉਹਨਾਂ ਅਰਥਾਂ ਦੀ ਵਿਚਾਰ ਕਰਿਆ ਕਰੋ। ਸ਼ਨੇ ਸ਼ਨੇ ਮੋਰੋ ਮਨ ਮਾਹਾ। ਜੇ ਗੁਰੂ ਕੀ ਬਾਣੀ 'ਚ ਜੋ ਲਿਖਿਆ ਹੋਇਆ ਹੈ, ਉਹਦੇ ਅਨੁਸਾਰ ਸਾਡੇ ਕੰਮ ਨਹੀਂ ਹਨ। ਮਹਾਰਾਜ ਕਹਿੰਦੇ ਨੇ, ਇਸ ਮਨ ਨੂੰ ਬਾਰ-ਬਾਰ ਸਮਝਾਓ। ਜਿਵੇਂ ਛੋਟਾ ਬਾਲਕ ਦੌੜ ਦੌੜ ਕੇ ਘਰੋਂ ਬਾਹਰ ਜਾਂਦਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਾਹਰ ਜਾਂਦਾ ਵਰਜ ਰਹਾਵੈ। ਜਿਵੇਂ ਮਾਂ ਆਪਣੇ ਬੱਚੇ ਨੂੰ ਬਾਰ-ਬਾਰ ਚੁੱਕ ਕੇ ਫਿਰ ਘਰ ਲੈ ਆਉਂਦੀ ਹੈ, ਇਸੇ ਤਰ੍ਹਾਂ ਭਾਈ ਜਿਹੜਾ ਸਾਡਾ ਮਨ ਬਾਰ-ਬਾਰ ਬਾਹਰ ਜਾਂਦਾ ਹੈ, ਇਹਨੂੰ ਸ਼ਨੇ ਸ਼ਨੇ ਮੋਰੋ ਮਨ ਮਾਹਾ। ਹਜ਼ੂਰ ਕਹਿੰਦੇ ਨੇ, ਕਿਆ ਗੁਰ ਕਹੈ ਕਰੇ ਹਮ ਕਹਾਂ, ਸ਼ਨੇ ਸ਼ਨੇ ਮੋਰੋ ਮਨ ਮਾਹਾ। ਫਿਰ ਇਹ ਵੇਖੋ ਵੀ ਗੁਰੂ ਕੀ ਕਹਿੰਦਾ ਹੈ ਤੇ ਅਸੀਂ ਕੀ ਕਰਦੇ ਹਾਂ। ਸਾਧ ਸੰਗਤ, ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਨੇ ਗੁਰਮਤ ਸਹਿਤ ਸਿੱਖ ਪੰਥ ਦੀ ਝੋਲੀ ਵਿੱਚ ਪਾਇਆ। ਔਰ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨੂੰ ਉਹਨਾਂ ਦੀ। ਉਹਨਾਂ ਨੇ ਇੱਕ ਗਾਥਾ ਲਿਖੀ ਛੋਟੀ ਜੀ। ਉਹ ਕਹਿੰਦੇ ਵੀ ਇੱਕ ਭੇਖੀ ਸਿੱਖ ਸੀ, ਅਸਲੀ ਸਿੱਖ ਨਹੀਂ ਸੀ, ਭੇਖੀ ਸਿੱਖ ਸੀ, ਅੰਦਰੋਂ ਸਿੱਖ ਨਹੀਂ ਸੀ। ਇੱਕ ਅਜਾਲੀ, ਇਹ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ, ਕਹਿੰਦੇ ਇੱਕ ਅਜਾਲੀ ਬੱਕਰੀਆਂ ਚਾਰ ਰਿਹਾ ਸੀ ਰਸਤੇ ਦੇ ਕੋਲ। ਉਹ ਬੰਦਾ ਤੁਰਿਆ ਜਾਏ, ਉਹਨੇ ਬੱਕਰੀ ਦਾ ਬੱਚਾ, ਜਿਹਨੂੰ ਛੇਲਾ ਕਹਿੰਦੇ ਨੇ, ਉਹਨੇ ਆਪ ਚੁੱਕ ਕੇ ਆਪਣੀ ਬੁੱਕਲ ਵਿੱਚ ਦੇ ਲਿਆ, ਤੁਰ ਪਿਆ। ਜਿਹੜਾ ਬੱਕਰੀਆਂ ਦਾ ਮਾਲਕ ਸੀ ਅਜਾਲੀ, ਉਹ ਦੂਰ ਛਾਵੇਂ ਬੈਠਾ ਸੀ। ਉਹਨੂੰ ਪਤਾ ਲੱਗ ਗਿਆ ਵੀ ਕੋਈ ਗੜਬੜ ਹੋਈ ਹੈ। ਉਹ ਦੌੜ ਕੇ ਕੋਲ ਆਇਆ। ਜਦੋਂ ਉਸ ਬੰਦੇ ਦੇ ਕੋਲ ਆਇਆ ਤੇ ਉਹਨੇ ਸਮਝ ਲਿਆ ਕਿ ਜਿਹੜਾ ਬੱਕਰੀਆਂ ਦਾ ਅਜਾਲੀ ਹੈ, ਇਹਨੂੰ ਪਤਾ ਲੱਗ ਗਿਆ ਵੀ ਮੈਂ ਇਹਦੀ ਬੱਕਰੀ ਦਾ ਛੇਲਾ ਬੱਚਾ ਚੁੱਕ ਕੇ ਬੁੱਕਲ 'ਚ ਲੈ ਲਿਆ। ਭਾਈ ਕਾਹਨ ਸਿੰਘ ਨਾਭਾ ਕਹਿੰਦੇ, ਜਦੋਂ ਫਿਰ ਉਹ ਕੋਲ ਆਇਆ ਤੇ ਇਹਨੇ ਫਿਰ ਉੱਚੀ ਉੱਚੀ ਭੇਖੀ ਸਿੱਖ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜਗ ਮੈਂ ਆਇਆ। ਭਾਈ ਕਾਹਨ ਸਿੰਘ ਨਾਭਾ ਕਹਿਣ ਲੱਗੇ ਵੀ ਉਹ ਬੱਕਰੀਆਂ ਦਾ ਜਿਹੜਾ ਅਜਾਲੀ ਸੀ, ਆਜੜੀ ਮਾਲਕ, ਉਹਨੇ ਗੁਰਬਾਣੀ ਨੂੰ ਸਮਝਿਆ। ਉਹਦੇ ਅੰਦਰੋਂ ਆਵਾਜ਼ ਆਈ ਵੀ ਜੋ ਕੁਛ ਪੜ੍ਹ ਰਿਹਾ ਹੈ, ਇਹ ਹੈ ਗੁਰਬਾਣੀ ਹੈ। ਬਾਣੀ ਕੁਛ ਹੋਰ ਕਹਿ ਰਹੀ ਹੈ, ਕੰਮ ਇਹਨੇ ਹੋਰ ਕੀਤਾ। ਜਦੋਂ ਉਹਦੀ ਬੁੱਕਲ ਲਵਾਈ, ਉਹਦੇ ਚੋਂ ਬੱਕਰੀ ਦਾ ਛੇਲਾ ਨਿਕਲਿਆ।
ਭਾਵ ਕਿ ਬੱਕਰੀ ਦਾ ਬੱਚਾ। ਭਾਈ ਕਾਹਨ ਸੇ ਨਾਭਾ ਕਹਿੰਦੇ ਨੇ ਜੋ ਕੁਝ ਫਿਰ ਉਹਨੇ ਬੱਕਰੀਆਂ ਦੇ ਮਾਲਕ ਅਜਾਲੀ ਨੇ ਕਿਹਾ, ਪੰਜਾਬ ਦੀ ਕਹਾਵਤ ਬਣ ਗਈ। ਉਹ ਕਹਿਣ ਲੱਗਾ, ਵਾਹ ਭਾਈ ਵਾਹ, ਪੜ੍ਹੇ ਗੁਰਬਾਣੀ ਤੇ ਕੰਮ ਕਰਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਾਈ ਬਾਣੀ ਦਾ ਪਾਠ ਕਰੋ, ਗੁਰਬਾਣੀ ਦਾ ਪਾਠ ਕਰੋ, ਫਿਰ ਇਹ ਖਿਆਲ ਰੱਖੋ, ਕਿਆ ਗੁਰ ਕਹਿ ਕਰੇ ਹਮ ਕਹਾਂ, ਸ਼ਨੇ ਸ਼ਨੇ ਮੋਰੋ ਮਨ ਮਾਹਾਂ। ਅੱਜ ਵਾਲਾ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ ਭਾਈ, ਇਹ ਮੰਨਣ ਦੇ ਪ੍ਰਥਾ ਹੈ। ਸੁਣ ਕੇ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀ ਕੀ ਅਵਸਥਾ ਬਣਦੀ ਹੈ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸੇ ਪ੍ਰਥਾ ਇੱਕ ਬਚਨ ਕਰਦੇ ਨੇ। ਇੱਕ ਸਿੱਖ ਨੇ ਬੇਨਤੀ ਕੀਤੀ ਉੱਠ ਕੇ, ਮਹਾਰਾਜ ਇਹ ਦੱਸੋ ਵੀ ਆਤਮਾ ਦਾ ਗਿਆਨ ਕਿਵੇਂ ਹੁੰਦਾ ਹੈ। ਬੜੇ ਧਿਆਨ ਨਾਲ ਸੁਣਨ ਸਾਧ ਸੰਗਤ। ਮਹਾਰਾਜ ਆਤਮਾ ਦਾ ਗਿਆਨ ਕਿਵੇਂ ਪ੍ਰਾਪਤ ਹੋਏਗਾ। ਭਾਈ ਸਾਹਿਬ ਕਹਿੰਦੇ ਨੇ, ਸੁਣ ਕਰ ਸ਼੍ਰੀ ਹਰਗੋਬਿੰਦ ਕਹੈ, ਸਭ ਕਾਸ਼ਟ ਤੇ ਅਗਨੀ ਲਹੈ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਸਿੱਖਾ, ਜਿੰਨੀਆਂ ਲੱਕੜਾਂ ਹੁੰਦੀਆਂ ਨੇ ਇਹਨਾਂ ਵਿੱਚ ਅੱਗ ਹੁੰਦੀ ਹੈ। ਬਿਨਾ ਮਥੇ ਨ ਨਿਗਸ ਪ੍ਰਕਾਸ਼ੈ, ਕਾਰਜ ਕਰੇ ਨਸੀਤ ਬਨਾਸੈ। ਛੇਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਪਈ, ਇੱਕ ਦੇਗ ਦਾਲ ਦੀ ਰੱਖ ਦਿੱਤੀ ਜਾਏ, ਉਸ ਦਾਲ ਦੀ ਦੇਗ ਥੱਲੇ ਲੱਕੜਾਂ ਰੱਖ ਦਿੱਤੀਆਂ ਜਾਣ, ਪਰ ਜੇ ਲੱਕੜਾਂ ਵਿੱਚੋਂ ਅੱਗ ਪ੍ਰਗਟ ਨਾ ਕੀਤੀ ਜਾਏ ਤਾਂ ਦਾਲ ਭਾਜੀ ਬਣ ਜਾਏਗੀ। ਕਾਰਜ ਕਰੇ ਨਾ ਸੀਤ ਬਨਾਸੈ। ਸਰਦੀ ਹੋਵੇ, ਬਰਫ਼ ਪੈਂਦੀ ਹੋਵੇ, ਠੰਡ ਸੀਤ ਹੋਵੇ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਲੱਕੜਾਂ ਦਾ ਢੇਰ ਲੱਗਾ ਹੋਵੇ, ਤੁਸੀਂ ਲੱਕੜਾਂ ਦੇ ਢੇਰ ਦੇ ਕੋਲ ਬੈਠ ਜਾਓ ਤੇ ਠੰਡ ਹਟ ਜਾਏਗੀ। ਉਸ ਅੱਗ ਨੂੰ ਪ੍ਰਗਟ ਕਰਨਾ ਪੈਂਦਾ ਹੈ। ਮਹਾਰਾਜ ਕਹਿੰਦੇ ਨੇ, ਜਥਾ ਦੁਗਧ ਮੈਂ ਘ੍ਰਿਤ ਬਣ ਰਹਿਓ। ਜਿਵੇਂ ਦੁੱਧ ਵਿੱਚ ਘਿਓ ਹੁੰਦਾ ਹੈ, ਮੱਥਣ ਕਰੇ ਬਿਨ ਕਿਨਹੂ ਨਾ ਲਿਓ। ਦੁੱਧ ਵਿੱਚ ਘਿਓ ਹੈ, ਇਸ ਤਰ੍ਹਾਂ ਘਿਓ ਲੱਭ ਜਾਂਦਾ ਹੈ, ਇਸ ਤਰ੍ਹਾਂ ਘਿਓ ਸਾਨੂੰ ਪ੍ਰਾਪਤ ਹੋ ਸਕਦਾ ਹੈ। ਹਜ਼ੂਰ ਕਹਿੰਦੇ ਨੇ, ਉਹਨੂੰ ਥੋੜਾ ਜਿਹਾ ਕੋਸਾ ਕਰਨਾ ਪੈਂਦਾ ਹੈ, ਉਹਨੂੰ ਜਾਗ ਲਾਉਣੀ ਪੈਂਦੀ ਹੈ, ਥੋੜੀ ਜਿਹੀ ਉਡੀਕ ਕਰਨੀ ਪੈਂਦੀ ਹੈ, ਫਿਰ ਉਹਨੂੰ ਰਿੜਕਣਾ ਪੈਂਦਾ, ਫਿਰ ਉਹਦੇ ਵਿੱਚੋਂ ਘਿਓ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਇਸੇ ਤਰ੍ਹਾਂ ਭਾਈ ਲੱਕੜਾਂ ਵਿੱਚੋਂ ਅੱਗ ਪੈਦਾ ਕਰਨੀ ਪੈਂਦੀ ਹੈ, ਦੁੱਧ ਵਿੱਚੋਂ ਘਿਓ ਕੱਢਣਾ ਪੈਂਦਾ, ਕੋਈ ਮਸ਼ੱਕਤ ਕਰਨੀ ਪੈਂਦੀ। ਹਜ਼ੂਰ ਕਹਿੰਦੇ ਨੇ, ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਬਸੇ ਸੁਖ ਸਾਰਾ। ਹਜ਼ੂਰ ਕਹਿੰਦੇ ਨੇ, ਗੁਰੂ ਦੇ ਸ਼ਬਦ ਵਿੱਚ ਆਤਮਾ ਦਾ ਗਿਆਨ ਹੈ। ਗੁਰੂ ਕੇ ਸ਼ਬਦ ਵਿੱਚ ਸਾਰੇ ਲੋਕ ਪਰਲੋਕ ਦੇ ਸੁੱਖ ਹਨ। ਆਤਮਾ ਦਾ ਗਿਆਨ ਵੀ ਇਹਦੇ ਵਿੱਚ ਹੈ। ਮਹਾਰਾਜ ਕਹਿੰਦੇ ਨੇ, ਪਾਠ ਕਰੇ ਹੋਏ ਪੁੰਨ ਮਹਾਨਾ। ਪਾਠ ਕਰੋ, ਬੜਾ ਵੱਡਾ ਪੁੰਨ ਹੈ, ਬੜੀ ਵਧੀਆ ਗੱਲ ਹੈ ਭਾਈ, ਪਾਠ ਕਰੋ। ਇਸ ਗੱਲ ਤੇ ਪਹਿਲੇ ਦਿਨ ਸ਼ਰਤ ਨਹੀਂ ਲਾਉਣੀ ਚਾਹੀਦੀ ਵੀ ਜੇ ਜਪਜੀ ਸਾਹਿਬ ਦੇ ਸਾਰੇ ਅਰਥ ਆਉਂਦੇ ਨੇ ਤੇ ਫੇਰ ਹੀ ਪਾਠ ਕਰੋ। ਭਾਈ ਗੁਰੂ ਕਿਰਪਾ ਕਰੇ, ਇੱਕ ਇੱਕ ਪੰਕਤੀ, ਦੋ ਦੋ ਪੰਕਤੀਆਂ ਕਰਕੇ ਕਿਸੇ ਕੋਲੋਂ ਸਿੱਖੇ ਜਾ ਸਕਦੇ ਹਨ। ਸਿੱਖ ਦਾ ਅਰਥ ਹੀ ਇਹ ਹੈ, ਆਖਰੀ ਦਮਾਂ ਤੱਕ ਸਿੱਖਣ ਵਾਲਾ। ਜਿਹੜਾ ਕਹਿੰਦਾ ਮੈਂ ਸਿੱਖ ਗਿਆ, ਸਮਝ ਲਓ ਭਈ ਅਸੀਂ ਅਧੂਰੇ ਹਾਂ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਪਾਠ ਕਰੇ ਹੋਏ ਪੁੰਨ ਮਹਾਨਾ, ਪਰ ਨਾਹਿਨ ਪ੍ਰਾਪਤ ਆਤਮ ਗਿਆਨ। ਮਹਾਰਾਜ ਕਹਿੰਦੇ ਨੇ, ਪਾਠ ਕਰੋ, ਬੜੀ ਵਧੀਆ ਗੱਲ ਹੈ, ਬੜਾ ਵੱਡਾ ਪੁੰਨ ਹੈ, ਵੱਡਿਆਂ ਭਾਗਾਂ ਦੀ ਗੱਲ ਹੈ, ਪਰ ਆਤਮਾ ਦਾ ਗਿਆਨ ਕੋਈ ਹੋਰ ਚੀਜ਼ ਹੈ। ਮਹਾਰਾਜ ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ ਨੇ, ਜਬ ਵਿਚਾਰ ਕਰ ਹਿਰਦੈ ਬਸਾਵੈ, ਸਭ ਵਿਵਹਾਰਨ ਬਿਖੈ ਕਮਾਵੈ। ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਬਾਣੀ ਵਿੱਚ ਅਰਥ ਲਿਖੇ ਨੇ ਭਈ ਉਹਨਾਂ ਦੀ ਵਿਚਾਰ ਕਰੇ। ਗੁਰਬਾਣੀ ਵਿੱਚ ਜੋ ਅਰਥ ਲਿਖੇ ਨੇ, ਫਿਰ ਆਪਣੇ ਵਿਹਾਰ ਵਿੱਚ ਜਿਹੜਾ ਵੀ ਕੰਮ ਕਰਦਾ, ਕੋਈ ਨੌਕਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਮਜ਼ਦੂਰੀ ਕਰਦਾ, ਕੋਈ ਵਪਾਰ ਕਰਦਾ,
ਜੋ ਗੁਰਬਾਣੀ ਵਿੱਚ ਸ਼ਬਦ ਵਿੱਚ ਲਿਖੇ ਹੋਏ ਹਨ ਗੁਰੂ ਨੇ ਉਪਦੇਸ਼, ਉਹਨਾਂ ਅਨੁਸਾਰ ਆਪਣਾ ਕਾਰ ਵਿਹਾਰ ਵੀ ਕਰੇ। ਸਾਧ ਸੰਗਤ, ਕੀਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਨੇੜੇ ਇੱਕ ਨਗਰ ਹੈ। ਉਸ ਨਗਰ ਵਿੱਚ 7ਵੇਂ ਪਾਤਸ਼ਾਹ ਜੀ ਦੇ ਵੇਲੇ ਇੱਕ ਸਿੱਖ ਰਹਿੰਦਾ ਸੀ, ਜਿਹਦਾ ਨਾਮ ਇਤਿਹਾਸ ਵਿੱਚ ਭਾਈ ਪੁੰਗਰ ਕਰਕੇ ਆਇਆ। ਜਿਹੜਾ ਵੀ ਕੋਈ ਸਾਧੂ ਸੰਤ ਲੋੜਵੰਦ ਹੁੰਦਾ, ਰਾਤ ਰਹਿਣ ਵਾਲਾ, ਪੈਦਲ ਦਾ ਸਮਾਂ ਹੁੰਦਾ ਸੀ, ਉਹਨਾਂ ਇੱਕ ਛੋਟੀ ਜੀ ਸਰਾਂ ਬਣਾਈ ਸੀ, ਕੱਚਾ ਕੋਠਾ ਬਣਾਇਆ ਸੀ, ਆਉਣ ਜਾਣ ਵਾਲੇ ਉੱਥੇ ਰਹਿੰਦੇ। ਇੱਕ ਸੰਨਿਆਸੀ ਆ ਗਿਆ, ਪਿੰਡ ਦੇ ਲੋਕ ਬੈਠੇ ਹੋਏ ਸਨ, ਹਨੇਰਾ ਸੀ, ਧੂਆਂ ਲਾ ਕੇ ਬੈਠੇ ਸਨ। ਉਹ ਸੰਨਿਆਸੀ ਕਹਿੰਦਾ ਮੈਂ ਰਾਤ ਰਹਿਣਾ ਹੈ। ਉਹ ਪਿੰਡ ਵਾਲੇ ਬੰਦੇ ਕਹਿੰਦੇ ਜੀ ਸਾਡੇ ਪਿੰਡ ਵਿੱਚ ਇੱਕ ਭਾਈ ਪੁੰਗਰ ਜੀ ਰਹਿੰਦੇ ਨੇ, ਆਉਣ ਜਾਣ ਵਾਲੇ ਉਹਨਾਂ ਦੇ ਘਰ ਵਿੱਚ ਹੀ ਰਹਿੰਦੇ ਨੇ, ਆਓ ਤੁਹਾਨੂੰ ਉੱਥੇ ਛੱਡ ਆਈਏ। ਭਾਈ ਪੁੰਗਰ ਜੀ ਦੇ ਘਰ ਵਿੱਚ ਛੱਡ ਆਏ ਜਾ ਕੇ। ਜਦੋਂ ਦਿਨ ਚੜ੍ਹਿਆ, ਸੰਨਿਆਸੀ ਨੇ ਵੇਖਿਆ ਵੀ ਗਰੀਬੀ ਬਹੁਤ ਹੈ, ਟੁੱਟੀਆਂ ਮੰਜੀਆਂ ਹਨ, ਬਿਸਤਰੇ ਵੀ ਇਸ ਤਰ੍ਹਾਂ ਦੇ ਹਨ। ਸਾਧ ਸੰਗਤ, ਜਿਹੜੀ ਗਰੀਬੀ ਹੈ ਇਹ ਦੂਰੋਂ ਪਛਾਣੀ ਜਾਂਦੀ ਹੈ। ਸੰਨਿਆਸੀ ਨੂੰ ਬੜਾ ਤਰਸ ਆਇਆ ਵੀ ਹੈ ਗੁਰੂ ਕਾ ਸਿੱਖ ਹੈ, ਪਰ ਉਪਕਾਰੀ ਬਹੁਤ ਹੈ, ਆਉਣ ਜਾਣ ਵਾਲਿਆਂ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਂਦਾ, ਘਰ ਵੀ ਰੱਖਦਾ। ਜਦੋਂ ਸੰਨਿਆਸੀ ਤੁਰ ਲੱਗਾ, ਉਹਨੂੰ ਕਹਿੰਦਾ ਵੀ ਭਾਈ ਸਿੱਖਾ, ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ। ਆ ਮੇਰੇ ਕੋਲ ਇੱਕ ਬੜੀ ਕੀਮਤੀ ਚੀਜ਼ ਹੈ, ਇਹਨੂੰ ਪਾਰਸ ਕਹਿੰਦੇ ਨੇ, ਪਾਰਸ ਦੀ ਪੱਥਰੀ ਇਹਨੂੰ ਰੱਖ ਲੈ, ਲੋਹੇ ਤੋਂ ਸੋਨਾ ਬਣ ਜਾਂਦਾ ਹੈ, ਗਰੀਬੀ ਕੱਟੀ ਜਾਏਗੀ, ਮਾਲੋ ਮਾਲ ਹੋ ਜਾਏਗਾ। ਉਹ ਭਾਈ ਸਾਹਿਬ ਕਹਿਣ ਲੱਗੇ ਜੀ ਸਾਡੇ ਗੁਰੂ ਸਾਹਿਬ ਦਾ ਹੁਕਮ ਨਹੀਂ ਹੈ, ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾ ਪਛਾਣੇ ਸੇ। ਉਹ ਸੰਨਿਆਸੀ ਕਹਿਣ ਲੱਗਾ ਜੀ ਮੈਂ ਆਪਣੀ ਮਰਜ਼ੀ ਨਾਲ, ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ ਹਾਂ, ਤੁਸੀਂ ਰੱਖ ਲਓ। ਜਦੋਂ ਜ਼ਿਆਦਾ ਮਜਬੂਰ ਕੀਤਾ, ਭਾਈ ਪੁੰਗਰ ਜੀ ਕਹਿਣ ਲੱਗੇ ਵੀ ਉਹ ਇੱਕ ਆਲਾ ਹੈ, ਉਸ ਆਲੇ ਵਿੱਚ ਭਾਈ ਰੱਖ ਜਾਓ। ਸਾਧ ਸੰਗਤ, ਸੰਨਿਆਸੀ ਰੱਖ ਕੇ ਚਲਾ ਗਿਆ। ਸਾਲ ਕੁ ਬਾਅਦ ਸੰਨਿਆਸੀ ਆਇਆ, ਉਹਨੇ ਸੋਚਿਆ ਹੁਣ ਮਾਲੋ ਮਾਲ ਹੋਇਆ ਹੋਏਗਾ, ਉਹ ਸਿੱਖ ਮਹੱਲ ਪਿਆ ਹੋਏਗਾ, ਅਮੀਰ ਹੋਇਆ ਹੋਏਗਾ, ਗਰੀਬੀ ਘਰੋਂ ਨਿਕਲ ਗਈ ਹੋਵੇਗੀ। ਜਦੋਂ ਸੰਨਿਆਸੀ ਆਇਆ ਤਾਂ ਉਹਨੇ ਹੈਰਾਨ ਹੋ ਕੇ ਪੁੱਛਿਆ, ਭਾਈ ਸਾਹਿਬ ਜੀ ਜਿਹੜੀ ਮੈਂ ਤੁਹਾਨੂੰ ਪਾਰਸ ਦੀ ਪੱਥਰੀ ਦੇ ਕੇ ਗਿਆ ਸਾਂ ਉਹ ਕਿੱਥੇ ਹੈ, ਉਹਦਾ ਇਸਤੇਮਾਲ ਨਹੀਂ ਕੀਤਾ? ਭਾਈ ਪੁੰਗਰ ਜੀ ਕਹਿਣ ਲੱਗੇ, ਸੰਨਿਆਸੀ ਮਹਾਤਮਾ ਜੀ ਜਿੱਥੇ ਰੱਖ ਕੇ ਗਏ ਸੋ ਆਪ ਹੀ ਉੱਥੇ ਵੇਖ ਲਓ। ਜਦੋਂ ਸੰਨਿਆਸੀ ਨੇ ਉੱਥੇ ਹੱਥ ਮਾਰਿਆ ਆਲੇ ਵਿੱਚ, ਉੱਥੇ ਹੀ ਪਈ ਸੀ। ਭਾਈ ਪੁੰਗਰ ਜੀ ਨੇ ਖੋਲ ਕੇ ਵੀ ਨਹੀਂ ਵੇਖੀ। ਸੰਨਿਆਸੀ ਦਾ ਹੌਕਾ ਨਿਕਲ ਗਿਆ। ਹੌਕਾ ਲੈ ਕੇ ਕਹਿਣ ਲੱਗਾ, ਭਾਈ ਸਿੱਖਾ ਇਹ ਕੀ ਕਾਰਨ ਹੈ, ਤੂੰ ਇਸਤੇਮਾਲ ਕਿਉਂ ਨਹੀਂ ਕੀਤਾ? ਕਿਉਂ ਤੂੰ ਲੋਹੇ ਤੋਂ ਸੋਨਾ ਨਹੀਂ ਬਣਾਇਆ? ਕਿਉਂ ਤੂੰ ਗਰੀਬ ਤੋਂ ਅਮੀਰ ਨਹੀਂ ਹੋਇਆ? ਭਾਈ ਪੁੰਗਰ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਮਹਾਤਮਾ ਜੀ ਤੁਹਾਡਾ ਧੰਨਵਾਦ, ਪਰ ਸਾਡੇ ਗੁਰੂ ਬਾਬਾ ਜੀ ਕਹਿ ਕੇ ਗਏ ਹਨ ਜਿਹੜਾ ਧਨ ਮੁਫਤ ਵਿੱਚ ਮਿਲ ਜਾਏ ਉਹ ਗਲਤ ਇਲਤਾਂ ਪੈਦਾ ਕਰਦਾ ਹੈ। ਬੰਦਾ ਉਸੇ ਧਨ ਦੌਲਤ ਦੀ ਸਹੀ ਵਰਤੋਂ ਕਰਦਾ ਹੈ ਜਿਹੜਾ ਹੱਥੀਂ ਕਮਾਇਆ ਹੋਏ, ਜਿਹੜਾ ਲਹੂ ਪਸੀਨੇ ਨਾਲ ਕਮਾਇਆ ਹੋਏ। ਉਸੇ ਹੀ ਧਨ ਦੌਲਤ ਨੂੰ ਬੰਦਾ ਬੜੇ ਤਰੀਕੇ ਦੇ ਸੰਜਮ ਨਾਲ ਵਰਤਦਾ ਹੈ। ਮੁਫਤ ਵਿੱਚ ਮਿਲਿਆ ਹੋਇਆ ਧਨ ਗਲਤ ਇਲਤਾਂ ਪੈਦਾ ਕਰਦਾ ਹੈ। ਸਾਧ ਸੰਗਤ, ਫਿਰ ਭਾਈ ਸਾਹਿਬ ਕਹਿਣ ਲੱਗੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾ ਪਛਾਣੇ ਸੇ। ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਭਾਈ ਜਿਹੜਾ ਪਰਮੇਸ਼ਰ ਦਾ ਨਾਮ ਸੁਣ ਕੇ ਉਹਨੂੰ ਮੰਨ ਵੀ ਲੈਂਦਾ ਹੈ, ਗੁਰੂ ਜੀ ਦਾ ਉਪਦੇਸ਼ ਸੁਣ ਕੇ ਜਿਹੜਾ ਮੰਨ ਲੈਂਦਾ ਹੈ। ਕਿੰਨੀ ਵਾਰੀ ਸਿੰਘ ਸਾਹਿਬ ਜੀ ਹੋਰਾਂ ਨੇ ਕਿੰਨੀ ਵਾਰੀ ਸਾਨੂੰ ਸੁਣਾਇਆ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਊਤੋਂ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਸਾਧ ਸੰਗਤ, ਗਰੀਬ ਨਵਾਜ ਮਹਾਰਾਜ ਕਿਰਪਾ ਕਰਨ। ਅੱਜ ਵਾਲਾ ਜਿਹੜਾ ਪਾਵਨ ਸ਼ਬਦ ਹੈ, 14ਵੀਂ ਪੌੜੀ ਹੈ,
ਹਜ਼ੂਰ ਕਹਿੰਦੇ ਨੇ ਮੰਨੈ ਮਾਰਗ ਠਾਕ ਨ ਪਾਏ। ਮੰਨੈ ਤੋਂ ਭਾਵ ਜਿਹੜਾ ਭਾਈ ਸੁਣ ਕੇ ਮੰਨ ਵੀ ਲੈਂਦਾ ਹੈ, ਗੁਰੂ ਦਾ ਉਪਦੇਸ਼ ਮੰਨ ਲੈਂਦਾ ਹੈ, ਗੁਰੂ ਦਾ ਕਹਿਣਾ ਮੰਨ ਲੈਂਦਾ ਹੈ। ਮਾਰਗ ਤੋਂ ਭਾਵ ਰਸਤਾ, ਪਰਮੇਸ਼ਰ ਦਾ ਪਿਆਰਾ ਜਿਹੜਾ ਸੁਣ ਕੇ ਮੰਨ ਲੈਂਦਾ ਹੈ ਤੇ ਜਿਸ ਰਸਤੇ ਤੇ ਚੱਲਦਾ ਹੈ, ਭਾਵ ਕਿ ਪਰਮੇਸ਼ਰ ਦੇ ਰਸਤੇ ਤੇ ਜਦੋਂ ਚੱਲਦਾ ਹੈ ਉਹਦੇ ਵਿੱਚ ਰੁਕਾਵਟ ਕੋਈ ਨਹੀਂ ਪਾ ਸਕਦਾ। ਕੋਈ ਰੁਕਾਵਟ ਪਾਉਣੀ ਵੀ ਚਾਹੇ ਨਹੀਂ ਪਾ ਸਕਦਾ। ਸਾਧ ਸੰਗਤ, ਆਪ ਸਿਆਣੇ ਗੁਰਮੁਖ ਬੈਠੇ ਹੋ, ਤੁਹਾਡਾ ਕੀ ਖਿਆਲ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਮਾਰਗ ਤੇ ਸਾਨੂੰ ਚਲਾਉਣਾ ਚਾਹੁੰਦੇ ਸਨ, ਪਹਿਲਾਂ ਉਹਨਾਂ ਨੇ ਗੁਰਮੁਖ ਗਾਡੀ ਰਾਹ ਚਲਾਇਆ। ਉਹਨਾਂ ਨੂੰ ਰੁਕਾਵਟਾਂ ਪਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਆਪ ਕਹਿੰਦੇ ਹਨ, ਕੋਈ ਆਖੈ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰੈ। ਕੋਈ ਭੂਤ ਨਾ ਕਹਿੰਦਾ, ਕੋਈ ਦੀਵਾਨਾ ਕਹਿੰਦਾ। ਹਜ਼ੂਰ ਦਾ ਇੱਕ ਪਾਵਨ ਬਚਨ ਹੈ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੁਰਾਨਾ। ਗੁਰੂ ਨਾਨਕ ਸਾਹਿਬ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ, ਮੈਂ ਤੇ ਉਸ ਆਪਣੇ ਵੱਡੇ ਸ਼ਾਹ ਦੇ ਪਿੱਛੇ ਦੀਵਾਨਾ ਹੋਇਆ ਫਿਰਦਾ। ਲੋਕ ਆਂਦੇ ਨੇ ਨਾਨਕ ਬੁਰਾਨਾ, ਨਾਨਕ ਬੌਰਾ ਹੋ ਗਿਆ। ਸਾਧ ਸੰਗਤ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕੀ ਵਿਛਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਰੇਤ ਅਤੇ ਅੱਕ ਦਾ ਭੋਜਨ ਕਰਦੇ ਰਹੇ। ਉਸਤਾਦ ਜੀ ਕਹਿੰਦੇ, ਬੇਟਾ ਇਹਦਾ ਭਾਵ ਇਹ ਵੀ ਹੈ, ਜੋ ਕੁਝ ਲੋਕ ਕਈ ਵਾਰੀ ਅੱਗੋਂ ਵਿਹਾਰ ਕਰਦੇ ਸੀ, ਜਿਹੜੇ ਸਦੀਆਂ ਤੋਂ ਗਲਤ ਮਨੌਤਾਂ ਨੂੰ ਹੀ ਰੱਬ ਦਾ ਰਸਤਾ ਸਮਝੀ ਬੈਠੇ ਸਨ, ਖਾਸ ਤੌਰ ਤੇ ਉਹ ਧਾਰਮਿਕ ਲੋਕ ਸਨ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਾਨ ਵਿੱਚ ਵੀ ਕਬੂਲ ਬੋਲਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਾਰੇ ਬੋਲਾਂ ਨੂੰ, ਕਬੋਲਾਂ ਨੂੰ ਆਪਣੀ ਝੋਲੀ ਵਿੱਚ ਪਾ ਲੈਂਦੇ। ਇਹ ਰੇਤ ਅਤੇ ਅੱਕ ਖਾਣ ਵਾਲੀ ਗੱਲ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਉਹ ਰੁਕਾਵਟ ਪਾਉਣ ਵਾਸਤੇ ਬਾਬਰ ਨੇ ਉਹਨਾਂ ਨੂੰ ਜੇਲ੍ਹ ਵਿੱਚ ਵੀ ਸੁੱਟ ਦਿੱਤਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਸਾਧ ਸੰਗਤ, ਪਹਾੜਾਂ ਵਿੱਚੋਂ ਚਸ਼ਮੇ ਫੁੱਟਦੇ ਨੇ, ਨਦੀ ਬਣਦੀ ਹੈ। ਨਦੀ ਜਦੋਂ ਵਹਿੰਦੀ ਹੈ, ਪਹਾੜੀ ਨਦੀ, ਪੱਥਰ ਵੀ ਆਉਂਦੇ ਨੇ, ਚਟਾਨਾਂ ਵੀ ਆਉਂਦੀਆਂ ਨੇ। ਨਦੀ ਆਪਣੇ ਵਹਾਅ ਵਿੱਚ ਸਫ਼ਰ ਕਰਦੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ, ਭਾਵੇਂ ਸਾਡੇ ਗਰੀਬ ਨਵਾਜ਼ 10 ਗੁਰੂ ਸਾਹਿਬਾਨਾਂ ਦੇ ਵੇਲੇ ਦੀ ਗੱਲ ਹੈ, ਭਾਵੇਂ ਅੱਜ ਤੱਕ ਗੱਲ ਹੈ, ਸਾਧ ਸੰਗਤ ਤੋਂ ਰੁਕਾਵਟਾਂ ਵੀ ਆਉਂਦੀਆਂ ਰਹੀਆਂ, ਬਹੁਤ ਰੁਕਾਵਟਾਂ ਆਉਂਦੀਆਂ ਰਹੀਆਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ। ਹਮਾਂਜੂ ਆਇਆ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ। ਹਮਾਂਜੂ ਨੇ ਤਲਵਾਰ ਕੱਢ ਲਈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਾਰ ਕਰਨ ਵਾਸਤੇ, ਵੀ ਮੇਰਾ ਸਵਾਗਤ ਨਹੀਂ ਕੀਤਾ, ਮੇਰਾ ਮਾਨ ਸਨਮਾਨ ਨਹੀਂ ਕੀਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਜਿੱਥੇ ਤਲਵਾਰ ਕੱਢਣੀ ਸੀ ਉੱਥੇ ਤਲਵਾਰ ਕੱਢੀ ਨਹੀਂ, ਹੁਣ ਫਕੀਰਾਂ ਤੇ ਤਲਵਾਰ ਕੱਢਦਾ। ਗੁਰੂ ਅੰਗਦ ਦੇਵ ਮਹਾਰਾਜ ਨੇਤਰ ਨਾਲ ਨੇਤਰ ਮਿਲਾ ਕੇ ਕਹਿਣ ਲੱਗੇ, ਫਕੀਰਾਂ ਤੇ ਤਲਵਾਰ ਨਹੀਂ ਚੁੱਕੀ ਦੀ ਹੁੰਦੀ, ਫਕੀਰਾਂ ਤੇ ਤਲਵਾਰ ਨਹੀਂ ਕੱਢੀ ਦੀ ਹੁੰਦੀ। ਸਾਧ ਸੰਗਤ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੀ ਨਗਰੀ ਵਿੱਚ ਰਹਿੰਦੇ ਨੇ। ਕੁਦਰਤ ਵੱਲੋਂ ਇਹੋ ਜਿਹਾ ਕੋਈ ਸਮਾਂ ਆਇਆ ਵੀ ਮੀਂਹ ਨਹੀਂ ਪਿਆ, ਵਰਖਾ ਨਹੀਂ ਹੋਈ 2-3 ਸਾਲ। ਉਦੋਂ ਕਿਹੜਾ ਬਿਜਲੀ ਦਾ ਪ੍ਰਬੰਧ ਹੁੰਦਾ ਸੀ। ਇੱਕ ਤਪਾ ਰਹਿੰਦਾ ਸੀ ਪਿੰਡ ਵਿੱਚ। ਜ਼ਿਮੀਂਦਾਰਾਂ ਨੇ ਜਾ ਕੇ ਲੋਕਾਂ ਨੇ ਆਖਣਾ, ਗੁਰੂ ਅੰਗਦ ਦੇਵ ਜੀ ਵਰਖਾ ਪਵਾਓ, ਮੀਂਹ ਪਵਾਓ। ਮਹਾਰਾਜ ਨੇ ਕਹਿਣਾ, ਭਾਈ ਜਿਹੜਾ ਸਾਡਾ ਮਾਰਗ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ। ਉਹ ਫਿਰ ਜ਼ਿਮੀਂਦਾਰ ਕਾਲੇ ਪੈ ਗਏ, ਕਿਸਾਨ ਜਿਹੜੇ ਸੀ, ਉਹ ਫਿਰ ਉਸ ਤਪੇ ਕੋਲ ਗਏ। ਤਪੇ ਨੂੰ ਕਹਿਣ ਲੱਗੇ, ਤਪਾ ਜੀ ਮੀਂਹ ਨਹੀਂ ਪੈਂਦਾ, ਵਰਖਾ ਨਹੀਂ ਹੁੰਦੀ, ਕੋਈ ਤਰੀਕਾ ਹੈ ਵੀ ਮੀਂਹ ਪੈ ਜੇ, ਕਿਤੇ ਕਰੋ ਕਿਰਪਾ। ਤਪਾ ਕਹਿਣ ਲੱਗਾ, ਤੁਸੀਂ ਮੀਂਹ ਲੱਭਦੇ ਫਿਰਦੇ ਹੋ, ਤੁਹਾਡਾ ਤੇ ਰਹਿਣਾ ਕੱਖ ਨਹੀਂ।
ਕਹਿੰਦੇ ਜੀ ਕਿਉਂ? ਗ੍ਰਸਤੀ ਬੰਦਾ ਗੁਰੂ ਬਣੀ ਬੈਠਾ ਹੈ, ਤੁਸੀਂ ਉਹਨੂੰ ਗੁਰੂ ਮੰਨ ਕੇ ਮੱਥੇ ਟੇਕਦੇ ਹੋ, ਮੀਂਹ ਕਿੱਥੋਂ ਪੈਣਾ, ਵਰਖਾ ਕਿੱਥੋਂ ਹੋਣੀ? ਕਿਸਾਨ ਕਹਿਣ ਲੱਗੇ ਫਿਰ ਹੁਣ ਕੀ ਹੋਣਾ ਚਾਹੀਦਾ? ਕਹਿੰਦਾ ਗੁਰੂ ਅੰਗਦ ਦੇਵ ਮਹਾਰਾਜ ਨੂੰ, ਜਿਹੜਾ ਗ੍ਰਸਤੀ ਗੁਰੂ ਹੈ, ਉਹਨੂੰ ਕਹਿ ਦਿਓ 3 ਦਿਨ ਦਾ ਸਮਾਂ ਦੇ ਦਿਓ, 5 ਦਿਨ ਦਾ ਸਮਾਂ ਦੇ ਦਿਓ, ਵੀ ਇੰਨੇ ਦਿਨਾਂ ਦੇ ਵਿੱਚ ਵਰਖਾ ਪਵਾ ਦਿਓ, ਮੀਂਹ ਪਵਾ ਦਿਓ, ਤੇ ਜੇ ਮੀਂਹ ਨਹੀਂ ਪਾਉਣਾ ਪਿੰਡ ਛੱਡ ਕੇ ਚਲੇ ਜਾਓ। ਜੇ ਤੁਸੀਂ ਉਹਨਾਂ ਨੂੰ ਪਿੰਡੋਂ ਕੱਢ ਦਿਓ, ਮੀਂਹ ਪਵਾ ਦੇਣ, ਠੀਕ ਹੈ। ਤਪੇ ਨੂੰ ਪਤਾ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ ਅਰਜਾ ਦੀ ਗੱਲ ਕਰਨੀ ਹੈ, ਪਤਾ ਹੈ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦਾ ਘਰ ਅਰਜਾ ਵਿੱਚ ਰਾਜੀ ਰਹਿੰਦਾ ਹੈ। ਕਿਸਾਨਾਂ ਨੇ ਜਾ ਕੇ ਆਖਿਆ ਜੀ ਮਹਾਰਾਜ ਮੀਂਹ ਪਵਾਓ, 3 ਦਿਨ ਲੈ ਲਓ, 5 ਦਿਨ। ਹਜ਼ੂਰ ਕਹਿੰਦੇ ਭਾਵੇਂ 1 ਸਾਲ ਤੁਸੀਂ ਦੇ ਦਿਓ, ਉਹਦੀ ਅਰਜਾ ਤੋਂ ਬਾਹਰ ਨਹੀਂ ਹੋਣਾ। ਕਹਿਣ ਲੱਗੇ ਫਿਰ ਮਹਾਰਾਜ ਤੁਸੀਂ ਫਿਰ ਪਿੰਡ ਛੱਡ ਜਾਓ। ਤਪਾ ਕਹਿੰਦਾ ਉਹ ਪਿੰਡ ਛੱਡ ਜਾਣ, ਉਹਨਾਂ ਨੂੰ ਪਿੰਡੋਂ ਕੱਢ ਦਿਓ, ਮੈਂ ਮੀਂਹ ਪਵਾਉਂਦਾ। ਹਜ਼ੂਰ ਕਹਿਣ ਲੱਗੇ ਭਾਈ ਜੇ ਮੇਰੇ ਪਿੰਡ ਛੱਡਿਆ ਤੁਹਾਡਾ ਪਿੰਡ ਵਸਦਾ ਹੈ। ਮਹਾਰਾਜ ਕਹਿੰਦੇ ਮੈਂ ਤੇ 100 ਵਾਰੀ ਜਾਣ ਨੂੰ ਤਿਆਰ ਹਾਂ। ਭਾਈ ਤੁਸੀਂ ਵਸੋ, ਤੁਸੀਂ ਖੁਸ਼ਹਾਲੀਆਂ ਮਾਣੋ, ਜੇ ਮੇਰੇ ਨਗਰ ਛੱਡਿਆ ਭਾਈ ਤੁਹਾਡਾ ਲਾਭ ਹੁੰਦਾ ਤੇ ਮੈਂ ਹੁਣੇ ਤੁਰ ਜਾਣਾ। ਹਜ਼ੂਰ ਚਲੇ ਗਏ। ਸਾਧ ਸੰਗਤ ਫਿਰ ਮੀਂਹ ਕਿੱਥੋਂ ਪੈਣਾ ਸੀ, ਕਿੱਥੋਂ ਪੈਣਾ ਸੀ? ਜਿਸ ਤਰ੍ਹਾਂ ਫਿਰ ਤਪੇ ਦੀ ਮੌਤ ਹੋਈ, ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਬਹੁਤ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਕਬੂਲ ਸੀ ਜਿਹੜਾ ਹਜ਼ੂਰ ਨੂੰ ਨਹੀਂ ਬੋਲਿਆ? ਸਹੁਰਿਆਂ ਦੇ ਘਰ ਟੋਕਰੀ ਟੋਕ ਰੋਟੀ ਖਾਣੀ, ਲਾਹੌਰ ਆ ਜਾ। ਕੋਈ ਆਖਣ ਲੱਗਾ ਸੋਢੀਆਂ ਤੇ ਕਰਜ਼ਾ ਚਾੜ ਦਿੱਤਾ ਹੈ, ਕੋਈ ਆਖਣ ਲੱਗਾ ਸੋਢੀ ਮੂੰਹ ਦੇਣ ਜੋਗੇ ਨਹੀਂ ਰਹੇ। ਗੁਰੂ ਅਮਰਦਾਸ ਮਹਾਰਾਜ ਨੂੰ ਲਾਹੌਰ ਦੇ ਸੋਢੀ ਜਾ ਕੇ ਕਹਿਣ ਲੱਗੇ, ਉਹਨਾਂ ਦਾ ਆਗੂ ਸੀ ਬਾਬਾ ਮੰਗਲ, ਕਹਿਣ ਲੱਗਾ ਮਹਾਰਾਜ ਜੇ ਤੁਸੀਂ ਇਸ ਗਰੀਬ ਨੂੰ ਰਿਸ਼ਤਾ ਕਰ ਹੀ ਦਿੱਤਾ ਹੈ, ਮਹਾਰਾਜ ਜਵਾਈ ਕੋਲੋਂ ਟੋਕਰੀ ਦੇ ਨਾ ਟਵਾਓ। ਸਾਧ ਸੰਗਤ ਉਹਨਾਂ ਲਾਹੌਰ ਵਾਲਿਆਂ ਫਿਰ ਪਿੰਡ ਜਾ ਕੇ ਵੀ ਗੱਲਾਂ ਕੀਤੀਆਂ ਹੋਣਗੀਆਂ। ਹਰਦਾਸ ਦਾ ਪੁੱਤਰ ਸਹੁਰਿਆਂ ਦੇ ਘਰ ਟੋਕਰੀ ਟੋਂਦਾ ਹੈ, ਉੱਥੇ ਮਜ਼ਦੂਰੀ ਕਰਦਾ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਮਾਰਗ ਦੇ ਚੱਲੇ ਸਨ, ਨਾ ਉਹਨਾਂ ਟੋਕਰੀ ਟੋਣੀ ਛੱਡੀ, ਨਾ ਉਹਨਾਂ ਨੇ ਸੇਵਾ ਛੱਡੀ, ਨਾ ਉਹਨਾਂ ਨੇ ਪ੍ਰੀਤ ਸਿਮਰਨ ਛੱਡਿਆ। ਹਜ਼ੂਰ ਕਹਿੰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਗਰੀਬ ਨਵਾਜ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਜਿਹੜੇ ਰੱਬ ਦੇ ਪਿਆਰੇ ਗੁਰੂ ਦਾ ਹੁਕਮ ਮੰਨ ਲੈਂਦੇ ਹਨ, ਉਹਦੇ ਨਾਮ ਨੂੰ ਮੰਨ ਲੈਂਦੇ ਹਨ, ਉਹਨਾਂ ਦੇ ਰਸਤੇ ਵਿੱਚ ਕੋਈ ਦੁਨੀਆ ਦਾ ਮਾਈ ਦਾ ਲਾਲੋ ਰੁਕਾਵਟ ਨਹੀਂ ਪਾ ਸਕਦਾ। ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀਆਂ ਲੋਹਾਂ ਤੇ ਉਬਲਦੇ 5 ਦਿਨ ਤਸੀਹੇ ਦਿੱਤੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ। ਫਿਰ ਕੀ ਇਹ ਮਾਰਗ ਕੋ ਢਿੱਲਾ ਪੈ ਗਿਆ? 6ਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਹਜ਼ੂਰ ਨੇ ਆਖਿਆ ਸ਼ਸਤਰ ਸਿੱਖੋ, ਘੋੜ ਸਵਾਰੀ ਕਰੋ, ਜੰਗੀ ਅਭਿਆਸ ਕਰੋ, ਸ਼ਸਤਰਾਂ ਦਾ ਅਭਿਆਸ ਕਰੋ। 4 ਜੰਗ ਹੋਏ ਤੇ ਜਿਹੜੇ ਵਿੱਚੋਂ ਆਪਣੇ ਸਨ ਵਿੱਚੋਂ ਕਈ ਉਹ ਪਤਾ ਕੀ ਪ੍ਰਚਾਰ ਕਰ ਲੱਗੇ, ਧਰਮਸ਼ਾਲ ਕਰ ਬਹਿੰਦਾ ਇਕਤ ਥਾਣਾ ਟਿਕੇ ਟਕਾਇਆ। ਪਹਿਲੇ ਗੁਰੂ ਸਾਹਿਬ ਧਰਮਸ਼ਾਲਾ 'ਚ ਬੈਠਦੇ ਸਨ, ਇਹ ਕਿਤੇ ਟਿਕਦਾ ਹੀ ਨਹੀਂ। 6ਵੇਂ ਪਾਤਸ਼ਾਹ ਵੱਲੋਂ ਕਹਿੰਦੇ। ਫਿਰ ਕਹਿਣ ਲੱਗੇ ਪਾਤਸ਼ਾਹ ਘਰ ਆਮਦੇ, ਗੜ ਚੜਿਆ ਪਾਤਸ਼ਾਹ ਚੜਾਇਆ। ਪਹਿਲੇ ਬਾਦਸ਼ਾਹ ਲੋਕ ਸਾਡੇ ਗੁਰੂ ਸਾਹਿਬ ਕੋ ਆਉਂਦੇ ਰਹੇ ਨੇ, ਹੁਣ ਇਹਨਾਂ ਨੂੰ ਜਹਾਂਗੀਰ ਲੱਭਦਾ ਫਿਰਦਾ, ਭਾਵ ਕੇ ਵੈਰ ਪੈ ਗਿਆ। ਬਾਣੀ ਕਰ ਸੁਣ ਗਾਮ ਦਾ, ਕਥੈ ਨ ਸੁਣੇ ਨ ਗਾਮ ਸੁਨਾਇਆ। ਕਹਿਣ ਲੱਗੇ ਜੀ ਪਹਿਲੇ ਗੁਰੂ ਸਾਹਿਬ ਬਾਣੀ ਉਚਾਰਦੇ ਸੀ, ਕੀਰਤਨ ਕਰਦੇ ਸੀ, ਨਾ ਇਹ ਬਾਣੀ ਉਚਾਰਦਾ ਨਾ ਇਹ ਕੀਰਤਨ ਕਰਦਾ। ਨੱਠਾ ਫੇਰੇ ਨਾ ਡਰਿਆ ਡਰਾਇਆ, ਨੱਠਾ ਫਿਰਦਾ, ਜੰਗੀ ਅਭਿਆਸ ਕਰਦਾ ਫਿਰਦਾ, ਡਰਾਇਆ ਵੀ ਨਹੀਂ ਡਰਦਾ। ਸਾਧ ਸੰਗਤ ਗੁਰੂ
ਹਰਗੋਬਿੰਦ ਸਾਹਿਬ ਮਹਾਰਾਜ ਦੇ ਫਿਲ ਪਰ ਭਾਈ ਗੁਰਦਾਸ ਸਾਹਿਬ ਜੀ ਨੇ ਲੋਕਾਂ ਦਾ ਸ਼ੰਕਾ ਨਿਵਰਤ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮਾਰਗ ਵਿੱਚ ਇੰਨੀਆਂ ਵੱਡੀਆਂ ਰੁਕਾਵਟਾਂ ਪਈਆਂ। ਵੱਖਰੀ ਗੱਲ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਵਸਥਾ ਵਿੱਚ ਕੀ ਫਰਕ ਪੈਣਾ ਸੀ। ਗਣੀ ਖਾਂ ਤੇ ਨਬੀ ਖਾਂ ਕਹਿਣ ਲੱਗਾ ਮਹਾਰਾਜ ਹੁਣ ਸਮਝੌਤਾ ਕਰ ਲੈਣਾ ਚਾਹੀਦਾ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਜ਼। ਮਹਾਰਾਜ ਨਾ ਫੌਜਾਂ ਰਹੀਆਂ ਨਾ ਪਰਿਵਾਰ ਰਿਹਾ, ਆਨੰਦਪੁਰ ਖੁੱਸ ਗਿਆ, ਮਹਾਰਾਜ ਸਮਝੌਤਾ ਕਰ ਲੈਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਗਣੀ ਖਾਂ ਇੱਟਾਂ ਦਾ ਬਣਿਆ ਤੇ ਆਨੰਦਪੁਰ ਖੁੱਸ ਸਕਦਾ ਹੈ। ਗਣੀ ਖਾਂ ਪੁੱਤਰਾ ਜਿਹੜਾ ਮੇਰੇ ਅੰਦਰ ਆਨੰਦਪੁਰ ਵਸਿਆ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋ ਸਕਦੀ, ਕੋਈ ਦੁਨੀਆ ਦਾ ਜ਼ਾਲਮ ਨਹੀਂ ਖੋ ਸਕਦਾ। ਸਾਧ ਸੰਗਤ ਜਿਸ ਮਾਰਗ ਤੇ ਰੱਬ ਦੇ ਪਿਆਰੇ ਚੱਲਦੇ ਹਨ ਉਸ ਮਾਰਗ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ, ਕਿਉਂਕਿ ਉਹ ਪਰਮੇਸ਼ਰ ਦਾ ਹੁਕਮ ਮੰਨ ਲੈਂਦੇ ਨੇ, ਉਹਦੇ ਅੱਗੇ ਨਿਉ ਜਾਂਦੇ ਹਨ। ਪਰਮੇਸ਼ਰ ਉਹਨਾਂ ਦੇ ਹਰ ਵੇਲੇ ਅੰਗ ਸੰਗ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜੇ ਉਹਨੂੰ ਮੰਨ ਲੈਂਦੇ ਹਨ, ਮਨ ਕਰਕੇ ਮੰਨ ਲੈਂਦੇ ਹਨ, ਉਹ ਫਿਰ ਇੱਥੋਂ ਸੰਸਾਰ ਵਿੱਚ ਸੋਭਾ ਖੱਟ ਕੇ ਜਾਂਦੇ ਹਨ, ਇੱਥੋਂ ਪੱਤ ਸਵਾਰ ਕੇ ਜਾਂਦੇ ਹਨ। ਸਾਧ ਸੰਗਤ ਜੇ ਕੋ ਸਾਨੂੰ ਪੁੱਛ ਲਏ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਹਿਲਾ ਦੋਸਤ ਕੌਣ ਸੀ, ਤੇ ਉਹਦਾ ਜਵਾਬ ਹੈ ਭਾਈ ਮਰਦਾਨਾ ਜੀ। ਸਾਖੀ 'ਚ ਲਿਖਿਆ ਹੈ, ਮੈਂ ਕੇਵਲ ਚੇਤੇ ਕਰਾਉਣਾ ਚਾਹੁੰਦਾ ਹਜ਼ੂਰ ਦੀ ਕਿਰਪਾ ਨਾਲ, ਬਾਲਾ ਪ੍ਰੀਤਮ ਜੀ ਦੀ ਮਿਹਰਬਾਨੀ ਨਾਲ, ਰਹਿਮਤ ਨਾਲ। ਅਫਗਾਨਿਸਤਾਨ ਦੀ ਸਰਹੱਦ ਤੇ ਇੱਕ ਦਰਿਆ ਜਿਹਨੂੰ ਕੁਰਮ ਦਰਿਆ ਕਹਿੰਦੇ ਨੇ, ਕਈ ਥਾਈਂ ਖੁਰਮ ਵੀ ਆਇਆ, ਕੁਰਮ ਦਰਿਆ ਕਹਿੰਦੇ। ਭਾਈ ਮਰਦਾਨਾ ਜੀ ਨਾਲ ਸਨ। ਭਾਈ ਮਰਦਾਨੇ ਨੇ ਆਖਿਆ ਬਾਬਾ ਮੈਂ ਥੱਕ ਗਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਸਰਾ ਦਿੱਤਾ। ਆਸਰਾ ਦੇ ਕੇ ਇੱਕ ਦਰਖਤ ਦੇ ਥੱਲੇ ਛਾਵੇਂ ਬਿਠਾ ਲਿਆ, ਗੋਦੀ ਵਿੱਚ ਸਿਰ ਲੈ ਲਿਆ। ਭਾਈ ਮਰਦਾਨਾ ਜੀ ਨੇ ਨੇਤਰ ਬੰਦ ਕਰ ਲਏ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਮਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠਦੀ ਹੈ, ਉਹਦੇ ਮੁਖ ਤੇ ਹੱਥ ਫੇਰਦੀ ਹੈ, ਉਹਦਾ ਮੱਥਾ ਚੁੰਮਦੀ ਹੈ, ਗਰੀਬ ਨਵਾਜ ਬਾਬਾ ਨਾਨਕ ਜੀ ਨੇ ਆਪਣੇ ਦੋਸਤ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ, ਆਪਣੇ ਪਿਆਰੇ ਦਾ ਮੱਥਾ ਚੁੰਮਿਆ, ਮੁਖ ਤੇ ਹੱਥ ਫੇਰ ਕੇ ਕਹਿੰਦੇ ਨੇ ਭਾਈ ਜੀ, ਭਾਈ ਜੀ। ਮਰਦਾਨਾ ਚੁੱਪ ਰਿਹਾ। ਮਹਾਰਾਜ ਫਿਰ ਕਹਿੰਦੇ ਨੇ ਭਾਈ ਮਰਦਾਨਾ ਜੀ। ਹਾਂ ਬਾਬਾ। ਹਜ਼ੂਰ ਕਹਿੰਦੇ ਨੇ ਭਾਈ ਮਰਦਾਨਿਆ, ਭਾਈ ਮਰਦਾਨਿਆ ਉਹ ਘੜੀ ਆਉਣ ਵਾਲੀ ਹੈ ਜਦੋਂ ਤੂੰ ਸਾਡੇ ਤੋਂ ਵਿਦਿਆ ਹੋ ਜਾਣਾ। ਭਾਈ ਮਰਦਾਨਿਆ ਉਹ ਘੜੀ ਆਉਣ ਵਾਲੀ ਹੈ, ਤੂੰ ਹੁਣ ਸਾਡੇ ਕੋਲੋਂ ਤੁਰ ਜਾਣਾ ਹੈ, ਸਾਡੇ ਨਾਲ ਵਿਛੜ ਜਾਣਾ। ਮਹਾਰਾਜ ਕਹਿੰਦੇ ਨੇ ਭਾਈ ਮਰਦਾਨਿਆ ਜੇ ਤੂੰ ਆਖੇ ਤੇਰੇ ਸਵਾਸ ਪੂਰੇ ਹੋਣ ਤੋਂ ਬਾਅਦ ਤੈਨੂੰ ਕਬਰ ਵਿੱਚ ਦਫਨਾ ਦਿਆਂ, ਜੇ ਤੂੰ ਆਖੇ ਮੈਂ ਤੈਨੂੰ ਅਗਨ ਭੇਟ ਕਰ ਦਿਆਂ, ਜੇ ਤੂੰ ਆਖੇ ਮੈਂ ਤੈਨੂੰ ਜਲ ਪ੍ਰਵਾਹ ਕਰ ਦਿਆਂ। ਭਾਈ ਮਰਦਾਨਾ ਬੜੇ ਆਸਤੇ ਨਾਲ ਕਹਿੰਦਾ ਬਾਬਾ ਤੁਹਾਡੀ ਮਰਜ਼ੀ ਹੈ ਕਬਰ ਵਿੱਚ ਦਫਨਾ ਦਿਓ, ਤੁਹਾਡੀ ਮਰਜ਼ੀ ਹੈ ਜਲ ਪ੍ਰਵਾਹ ਕਰ ਦਿਓ, ਤੁਹਾਡੀ ਮਰਜ਼ੀ ਅਗਨ ਭੇਟ ਕਰ ਦਿਓ। ਮਹਾਰਾਜ ਕਹਿੰਦੇ ਭਾਈ ਮਰਦਾਨੇ ਜੇ ਤੂੰ ਆਖੇ ਤੂੰ ਮੇਰੇ ਨਾਲ ਇੰਨੇ ਵਰੇ ਰਿਆਂ ਤੂੰ ਕੁਛ ਨਹੀਂ ਮੰਗਿਆ, ਭਾਈ ਮਰਦਾਨੇ ਜੇ ਤੂੰ ਆਖੇ ਮੈਂ ਤੇਰੀ ਇੱਕ ਯਾਦਗਾਰ ਬਣਾ ਦਿਆਂ। ਭਾਈ ਮਰਦਾਨਾ ਕਹਿੰਦਾ ਬਾਬਾ ਤੁਹਾਡੀ ਕਿਰਪਾ ਨਾਲ ਸਰੀਰ ਦੀ ਮੜੀ ਚੋਂ ਨਿਕਲ ਲੱਗਾ ਹਾਂ, ਬਾਬਾ ਮੈਨੂੰ ਪਤਾ ਤੂੰ ਮੈਨੂੰ ਸਰੀਰ ਦੀ ਮੜੀ ਚੋਂ ਕੱਢ ਕੇ ਪੱਥਰ ਦੀ ਮੜੀ 'ਚ ਨਹੀਂ ਪਾਉਣਾ, ਮੈਨੂੰ ਪੱਕਾ ਪਤਾ ਤੂੰ ਇਹ ਨਹੀਂ ਕਰੇਂਗਾ। ਹਜ਼ੂਰ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਬੜੀ ਮੇਰੀ ਸੰਗਤ ਕੀਤੀ ਹੈ, ਤੂੰ ਸਮੁੰਦਰ, ਮਾਰੂਥਲ, ਰੇਗਿਸਤਾਨ, ਕਈ ਦਿਨਾਂ ਦੀ ਪਿਆਸ, ਕਈ ਦਿਨਾਂ ਦੀ ਭੁੱਖ, ਭੋਜਨ ਤੋਂ ਬਿਨਾਂ, ਜੰਗਲ ਬਿਆਬਾਨ, ਖੂਹ ਖਾਰ ਜਾਨਵਰ। ਭਾਈ ਮਰਦਾਨੇ ਤੂੰ ਆਪਣੇ ਪਿਛਲੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਤੇ ਸੁੱਟ ਦਿੱਤੀ, ਤੂੰ ਕਦੇ ਚਿੰਤਾ ਨਹੀਂ ਕੀਤੀ। ਭਾਈ ਮਰਦਾਨਿਆ ਮੈਂ ਤੈਨੂੰ ਖਾਲੀ ਨਹੀਂ ਭੇਜਣਾ ਚਾਹੁੰਦਾ। ਭਾਈ ਮਰਦਾਨਾ ਦੱਸ ਤੈਨੂੰ ਕੀ ਦੇ ਕੇ ਤੋਰੀਏ। ਭਾਈ ਮਰਦਾਨਾ ਕਹਿੰਦਾ ਬਾਬਾ ਸਭ ਕੁਝ ਮੇਰੇ ਕੋਲ ਹੈ। ਬਾਬਾ ਜੀ ਕਹਿੰਦੇ ਭਾਈ ਮਰਦਾਨਿਆ ਅਸੀਂ ਵੀ ਫੈਸਲਾ ਕੀਤਾ ਹੈ ਤੈਨੂੰ ਖਾਲੀ ਨਹੀਂ ਤੋਰਾਂਗੇ। ਫਿਰ ਭਾਈ ਮਰਦਾਨਾ ਕਹਿਣ ਲੱਗਾ ਬਾਬਾ ਫਿਰ ਇੱਕ ਬੇਨਤੀ ਹੈ, ਮੈਨੂੰ ਆਪਣੇ ਨਾਲੋਂ ਨਾ ਵਿਛੋੜੀ,
ਬਾਬਾ ਆਪਣੇ ਨਾਲੋਂ ਨਾ ਵਿਛੋੜੀ, ਇੱਥੇ ਵੀ ਉੱਥੇ ਵੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਨੇ ਫਿਰ ਆਪ ਹੀ ਰਬਾਬ ਵਜਾਈ, ਆਪ ਹੀ ਸ਼ਬਦ ਅਲਾਪਿਆ। ਹਜ਼ੂਰ ਕਹਿੰਦੇ ਨੇ ਸਲੋਕ ਮਰਦਾਨਾ ਪਹਿਲਾ, ਮਰਦਾਨਾ ਜੀ ਦੇ ਨਾਮ ਤੇ ਇੱਕ ਬਾਣੀ ਦਾ ਸਲੋਕ ਉਚਾਰਨ ਕਰ ਦਿੱਤਾ। ਹਜ਼ੂਰ ਫਿਰ ਕਹਿੰਦੇ ਨੇ ਭਾਈ ਜੀ, ਭਾਈ ਮਰਦਾਨਾ ਜੀ, ਹਾਂ ਬਾਬਾ। ਹਜ਼ੂਰ ਕਹਿੰਦੇ ਨੇ ਭਾਈ ਮਰਦਾਨਿਆ, ਹੁਣ ਜਿੱਥੇ ਮੇਰਾ ਵਾਸਾ ਹੋਏਗਾ ਉੱਥੇ ਤੇਰਾ ਵਾਸਾ ਹੋਏਗਾ। ਭਾਈ ਜੀ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਹੋਵੋਗੇ, ਜਿੱਥੇ ਤੁਸੀਂ ਹੋਵੋਗੇ ਉੱਥੇ ਮੈਂ ਹੋਵਾਂਗਾ। ਭਾਈ ਮਰਦਾਨਾ ਜੀ ਦੇ ਸਵਾਸ ਪੂਰੇ ਹੋ ਗਏ। ਆਪਣੀ ਪਵਿੱਤਰ ਚਾਦਰ ਲਾ ਕੇ ਹਜ਼ੂਰ ਨੇ ਉਹਦੇ ਸਰੀਰ ਤੇ ਪਾਈ, ਅੰਤਮ ਰਸਮਾਂ ਨਿਭਾਈਆਂ। ਗੁਰੂ ਨਾਨਕ ਸਾਹਿਬ ਜੀ ਰਬਾਬ ਮੋਢੇ ਤੇ ਪਾ ਕੇ ਫਿਰ ਤਲਵੰਡੀ ਆ ਗਏ। ਪਿੰਡ ਇਕੱਠਾ ਹੋ ਗਿਆ, ਬਾਬਾ ਆ ਗਿਆ ਹੈ, ਬਾਬਾ ਆ ਗਿਆ। ਗੱਲ ਚੱਲ ਪਈ ਮਰਦਾਨਾ ਨਾਲ ਕਿਉਂ ਨਹੀਂ ਆਇਆ। ਭਾਈ ਮਰਦਾਨਾ ਜੀ ਦਾ ਪੁੱਤਰ ਸ਼ਹਜਾਦ ਵੀ ਆਇਆ, ਪਿੰਡ ਇਕੱਠਾ ਹੋਇਆ ਸੀ। ਪਿੰਡ ਦੇ ਲੋਕਾਂ ਨੂੰ ਪੁੱਛਦਾ ਹੈ ਭਾਈ ਮਰਦਾਨਾ ਜੀ ਦਾ ਸੁਪੁੱਤਰ ਸ਼ਹਜਾਦ, ਜਿਹੜਾ ਇਹੀ ਉਲਾਮਾ ਦਿੰਦਾ ਰਹਿੰਦਾ ਸੀ, ਸਾਨੂੰ ਕੀ ਦਿੱਤਾ ਹੈ ਅੱਬੂ ਨੇ, ਦੇਸ਼ਾਂ ਦੀਆਂ ਸੈਰਾਂ ਕਰਦਾ ਰਿਹਾ ਸਾਰੀ ਉਮਰ, ਕੀ ਦਿੱਤਾ ਹੈ ਸਾਨੂੰ। ਸ਼ਹਜਾਦ ਪੁੱਛਦਾ ਹੈ ਪਿੰਡ ਦੇ ਲੋਕਾਂ ਨੂੰ, ਅੱਬੂ ਕਿੱਥੇ ਹੈ, ਅੱਬੂ ਕਿੱਥੇ ਹੈ। ਲੋਕ ਨਹੀਂ ਦੱਸਦੇ। ਫਿਰ ਉਹ ਬਾਬਾ ਨਾਨਕ ਜੀ ਦੇ ਕੋਲ ਹੋ ਕੇ ਬੈਠ ਗਿਆ ਭਾਈ ਮਰਦਾਨਾ ਜੀ ਦਾ ਵੱਡਾ ਸੁਪੁੱਤਰ ਸ਼ਹਜਾਦ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਅੱਬੂ ਕਿੱਥੇ ਹੈ, ਅੱਬੂ ਕਿਵੇਂ ਹੈ, ਮੇਰਾ ਪਿਤਾ ਕਿੱਥੇ, ਮੇਰਾ ਅੱਬੂ ਕਿੱਥੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸ਼ਹਜਾਦ ਪੁੱਤਰ ਤੇਰਾ ਅੱਬੂ ਸਾਡੇ ਤੋਂ ਵਿਛੜ ਗਿਆ ਹੈ। ਸ਼ਹਜਾਦ ਪੁੱਤਰ ਤੇਰਾ ਅੱਬੂ ਆਪਣੇ ਘਰ ਚਲਾ ਗਿਆ ਹੈ। ਸ਼ਹਜਾਦ ਪੁੱਤਰ ਜਿਹੜੇ ਆਪਣੇ ਘਰ ਚਲੇ ਜਾਂਦੇ ਹਨ ਉਹਨਾਂ ਦਾ ਸੋਗ ਨਹੀਂ ਕਰੀਦਾ, ਉਹਨਾਂ ਦਾ ਅਫਸੋਸ ਨਹੀਂ ਕਰੀਦਾ। ਤੇਰੇ ਅੱਬੂ ਆਪਣੇ ਨਿੱਜ ਘਰ ਵਿੱਚ ਚਲੇ ਗਏ ਹਨ। ਸਾਧ ਸੰਗਤ ਫਿਰ ਗੁਰਦੇਵ ਕਹਿਣ ਲੱਗੇ, ਸ਼ਹਜਾਦ ਪੁੱਤਰ ਤੇਰੇ ਅੱਬੂ ਨੂੰ ਵੀ ਖਾਲੀ ਨਹੀਂ ਤੋਰਿਆ, ਅਸੀਂ ਤੈਨੂੰ ਵੀ ਖਾਲੀ ਨਹੀਂ ਰੱਖਣਾ ਚਾਹੁੰਦੇ, ਤੂੰ ਵੀ ਕੁਛ ਮੰਗ। ਤੇਰੇ ਅੱਬੂ ਨੂੰ ਵੀ ਖਾਲੀ ਨਹੀਂ ਤੋਰਿਆ, ਤੈਨੂੰ ਵੀ ਖਾਲੀ ਨਹੀਂ ਰੱਖਣਾ ਚਾਹੁੰਦੇ। ਅਫਸੋਸ ਕਰਦਾ ਸੀ, ਕੁਝ ਨਹੀਂ ਦਿੱਤਾ ਸਾਨੂੰ ਸਾਰੀ ਜ਼ਿੰਦਗੀ। ਫਿਰ ਸ਼ਹਜਾਦ ਕਹਿਣ ਲੱਗਾ, ਮਹਾਰਾਜ ਸਾਨੂੰ ਤੇ ਇਹ ਵੀ ਨਹੀਂ ਪਤਾ ਵੱਡਿਆਂ ਕੋਲੋਂ ਕੀ ਮੰਗੀਦਾ ਹੈ, ਮਹਾਰਾਜ ਕੀ ਬੁਰਾ ਹੈ ਕੀ ਭਲਾ ਹੈ, ਸਾਨੂੰ ਤੇ ਮੰਗਣਾ ਵੀ ਨਹੀਂ ਹੁੰਦਾ। ਮਹਾਰਾਜ ਕੀ ਮੰਗੀਦਾ ਹੈ ਵੱਡਿਆਂ ਕੋਲੋਂ, ਕੀ ਮੰਗੀਦਾ ਬਜ਼ੁਰਗਾਂ ਕੋਲੋਂ, ਨਹੀਂ ਸਾਨੂੰ ਪਤਾ। ਫਿਰ ਗੁਰੂ ਨਾਨਕ ਸਾਹਿਬ ਉਹਦੇ ਅੰਦਰ ਵਸੇ। ਫਿਰ ਮਹਾਰਾਜ ਕਹਿੰਦੇ, ਮੰਗ ਹੁਣ ਜੋ ਮੰਗਣਾ। ਫਿਰ ਸ਼ਹਜਾਦ ਕਹਿਣ ਲੱਗਾ, ਬਾਬਾ ਜੋ ਕੁਛ ਮੇਰੇ ਅੱਬੂ ਨੂੰ ਦਿੱਤਾ ਹੈ ਉਹੀ ਮੈਨੂੰ ਦੇ ਦਿਓ। ਫਿਰ ਬਾਬਾ ਨਾਨਕ ਜੀ ਗਰੀਬ ਨਵਾਜ ਆਪਣੇ ਆਸਨ ਤੋਂ ਉੱਠੇ, ਜਿੱਥੇ ਅਰਬਾਬ ਟੰਗੀ ਸੀ ਕਿੱਲੀ ਨਾਲ, ਅਰਬਾਬ ਲਾਹ ਕੇ, ਭਾਈ ਸ਼ਹਜਾਦ ਉੱਠ, ਲੰਮੇ ਪੈਂਡੇ ਮਾਰ ਕੇ ਮੈਂ ਤੇਰੇ ਅੱਬੂ ਦਾ ਸਿਰੋਂ ਪਾਉ ਦੇਣ ਤੈਨੂੰ ਆਇਆ। ਭਾਈ ਸ਼ਹਜਾਦ ਉੱਠ, ਨਗਰ ਵਾਸੀਆਂ ਦੇ ਵਿੱਚ ਕਿੱਲੀ ਤੋਂ ਰਬਾਬ ਲਾ ਕੇ, ਫਿਰ ਗਰੀਬ ਨਵਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸ਼ਹਜਾਦ ਆ ਲੈ, ਮੈਂ ਉਹ ਕੁਛ ਤੈਨੂੰ ਦਿੱਤਾ ਜੋ ਕੁਛ ਮੈਂ ਸਾਰਿਆਂ ਨੂੰ ਨਹੀਂ ਦਿੰਦਾ। ਅਰਬਾਬੀ ਭਾਗਾਂ ਵਾਲੇ ਹਨ, ਕੀਰਤਨ ਕਰਨ ਵਾਲੇ ਭਾਗਾਂ ਵਾਲੇ ਹਨ। ਫਿਰ ਮਹਾਰਾਜ ਕਹਿੰਦੇ ਨੇ, ਸ਼ਹਜਾਦ ਤੂੰ ਅਰਬਾਬ ਜਾ, ਆ ਤੇਰੇ ਅੱਬੂ ਦੀ ਯਾਦ ਵਿੱਚ ਕੁਛ ਗੱਲਾਂ ਕਰੀਏ। ਫਿਰ ਸ਼ਹਜਾਦ ਨੇ ਅਰਬਾਬ ਜਾਈ। ਪਰ ਹਜ਼ੂਰ ਨੇ ਇੱਕ ਸ਼ਬਦ ਉੱਥੇ ਇਹ ਲਾਪਿਆ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਬੀ ਵੰਜਾ ਡੁਮਣੀ ਰੋਵਾ ਝੀਣੀ ਬਾਣ। ਪਰ ਹਜ਼ੂਰ ਨੇ ਸੂਹੀ ਮਹੱਲਾ ਪਹਿਲਾ, ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਹੇ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਨਾਈ ਸੀ, ਨਾਨਕ ਆਪ ਨਿਹਾਲ ਆਪ ਕੁਲ ਤਾਰ ਸੀ। ਹਜ਼ੂਰ ਕਹਿੰਦੇ ਉਹਨਾਂ ਦੀ ਉਪਮਾ ਮਨੁੱਖ ਕੀ ਕਰ ਸਕਦਾ, ਉਹਨਾਂ ਦੀ ਉਪਮਾ ਤੇ ਤਿੰਨ ਲੋਕ ਨਹੀਂ ਕਰ ਸਕਦੇ। ਜਿਹੜੇ ਰੱਬ ਨੂੰ ਮੰਨਦੇ ਹਨ, ਜਿਹੜੇ ਜਨਮ ਸਵਾਰ ਲੈਂਦੇ ਹਨ, ਉਹ ਆਪਣੀ ਸੋਭਾ ਦਾ ਵਾਜਾ ਵਜਾ ਕੇ ਇੱਥੋਂ ਜਾਂਦੇ ਹਨ। ਹਜ਼ੂਰ ਕਹਿਣ ਲੱਗੇ, ਨਾਨਕ ਆਪ ਨਿਹਾਲ ਆਪ ਵੀ ਪ੍ਰਸੰਨ ਰਹਿੰਦੇ ਨੇ, ਨਾਨਕ ਆਪ ਨਿਹਾਲ ਆਪ ਕੁਲ ਤਾਰਸੀ, ਆਪਣੀ ਕੁਲਾਂ ਦਾ ਵੀ ਉਧਾਰ ਕਰ ਜਾਂਦੇ ਨੇ। ਗਰੀਬ ਨਵਾਜ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਹਜ਼ੂਰ ਕਹਿੰਦੇ ਨੇ, ਮੰਨੈ ਪਤ ਸਿਉ ਪਰਗਣ ਜਾਏ,
ਜਿਹਨੂੰ ਮੰਨ ਲੈਂਦੇ ਹਨ ਬੜੀ ਇੱਜ਼ਤ ਦੇ ਨਾਲ ਇਸ ਸੰਸਾਰ ਤੋਂ ਜਾਂਦੇ ਨੇ ਸੋਭਾ ਖੱਟ ਕੇ। ਮੰਨੈ ਮਗਨ ਚੱਲੇ ਪੰਥ, ਹਜ਼ੂਰ ਕਹਿੰਦੇ ਜਿਹੜੇ ਮੰਨ ਲੈਂਦੇ ਹਨ ਉਹਦੇ ਉਪਦੇਸ਼ ਨੂੰ, ਜਿਹੜੇ ਉਹਦੇ ਹੁਕਮ ਨੂੰ ਮੰਨ ਲੈਂਦੇ ਨੇ, ਉਹਦੇ ਨਾਮ ਨੂੰ ਮੰਨ ਲੈਂਦੇ ਨੇ, ਜਿਹੜੇ ਉਹਦੇ ਵਿੱਚ ਇੱਕਮਿਕ ਹੋ ਜਾਂਦੇ ਹਨ, ਉਹਨਾਂ ਵਾਸਤੇ ਫਿਰ ਬਹੁਤਾ ਫਰਕ ਨਹੀਂ ਰਹਿੰਦਾ ਵੀ ਆਹ ਫਲਾਣਾ ਮਜ਼ਹਬ ਹੈ, ਇਹ ਫਲਾਣਾ ਮਜ਼ਹਬ ਹੈ, ਫਲਾਣਾ ਮਜ਼ਹਬ ਹੈ, ਫਲਾਣਾ ਮਜ਼ਹਬ ਹੈ। ਆ ਪੜ੍ਹੋ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ, ਉਹ ਇੱਕ ਵਾਸਤੇ ਅਰਦਾਸ ਨਹੀਂ ਕਰਦੇ, ਉਹ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਲੇਖਿਆ ਕਤੇ ਨਾ ਛੂਟੀਐ, ਖਿਣ ਖਿਣ ਪੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗਰੀਬ ਨਵਾਜ ਗੁਰੂ ਅਮਰਦਾਸ ਕਹਿੰਦੇ ਨੇ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੇ ਤਿਤੈ ਲਿਓ ਉਬਾਰ। ਮਹਾਰਾਜ ਕਹਿੰਦੇ ਨੇ ਮੰਨੈ ਧਰਮ ਸੇਤੀ ਸਣਬੰਦ, ਜਿਹੜੇ ਉਹਨੂੰ ਮੰਨ ਲੈਂਦੇ ਨੇ ਫਿਰ ਉਹਨਾਂ ਦਾ ਆਪਣੇ ਧਰਮ ਨਾਲ ਸੰਬੰਧ ਜੁੜ ਜਾਂਦਾ, ਮੰਨਣ ਨਾਲ ਸੰਬੰਧ ਜੁੜਦਾ। ਸਾਧ ਸੰਗਤ ਜਿਹੜੇ ਪੰਜ ਪਿਆਰੇ ਸਾਹਿਬਾਨ ਸਾਡੇ ਗੁਰੂ ਸਾਹਿਬਾਨ ਤੋਂ ਬਾਅਦ ਜੇ ਦੂਸਰੇ ਨੰਬਰ ਦਾ ਦਰਜਾ ਰੁਤਬਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਾਹਿਬਾਨਾਂ ਦਾ ਹੈ। ਉਹ ਕਿਉਂ ਗੁਰੂ ਦੇ ਪਿਆਰੇ ਬਣੇ? ਉਹਨਾਂ ਗੁਰੂ ਦਾ ਕਹਿਣਾ ਮੰਨ ਲਿਆ, ਗੁਰੂ ਦਾ ਹੁਕਮ ਮੰਨ ਲਿਆ, ਉਹਨਾਂ ਦਾ ਸੰਬੰਧ ਧਰਮ ਨਾਲ ਜੁੜ ਗਿਆ। ਐਸਾ ਨਾਮ ਨਿਰੰਜਨ ਹੋਏ। ਹਜ਼ੂਰ ਕਹਿੰਦੇ ਨੇ ਮੇਰੇ ਪਰਮੇਸ਼ਰ ਦਾ ਨਾਮ ਬਹੁਤ ਉੱਚਾ ਹੈ, ਮਾਇਆ ਦੇ ਮੋਹ ਦੇ ਪ੍ਰਭਾਵ ਤੋਂ ਦੂਰ ਹੈ, ਮੇਰੇ ਪਰਮੇਸ਼ਰ ਦਾ ਨਾਮ ਬੜਾ ਉੱਚਾ ਹੈ। ਹਜ਼ੂਰ ਕਹਿੰਦੇ ਜਿਹੜੇ ਉਸ ਨਾਮ ਨੂੰ ਮੰਨ ਲੈਂਦੇ ਨੇ ਉਹ ਵੀ ਉੱਚੀ ਅਵਸਥਾ ਤੇ ਪਹੁੰਚ ਜਾਂਦੇ ਹਨ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋ ਮਨ ਕਰਕੇ ਮੰਨ ਲਏ, ਸੱਚੀ ਮੁੱਚੀ ਮੰਨ ਲਏ। ਹਜ਼ੂਰ ਕਹਿੰਦੇ ਨੇ ਜਿੱਡਾ ਉੱਚਾ ਨਾਮ ਹੈ ਬਸ ਉਹਦੀ ਅਵਸਥਾ ਵੀ ਇੰਨੀ ਉੱਚੀ ਹੋ ਜਾਂਦੀ ਹੈ। ਸਾਧ ਸੰਗਤ ਬਸ ਮਨ ਦੇ ਪਰਥਾਏ ਹੀ ਸਾਰੀ ਬਾਣੀ ਨੇ ਸਾਨੂੰ ਹੁਕਮ ਤੇ ਉਪਦੇਸ਼ ਕੀਤਾ। ਵਾਹਿਗੁਰੂ ਕਿਰਪਾ ਕਰੇ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਬਖਸ਼ਣਹਾਰ ਹਨ, ਸਾਡੇ ਗੁਰੂ ਜੀ ਬਖਸ਼ਣਹਾਰ ਹਨ। ਬਾਲਾ ਪ੍ਰੀਤਮ ਜੀ ਦਾ ਬਹੁਤ ਬਹੁਤ ਕੋਟਾਨ ਕੋਟ ਸ਼ੁਕਰ, ਆਪਣੀ ਗੋਦੀ ਵਿੱਚ ਬੈਠਣ ਦਾ, ਗਰੀਬ ਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਹੋਰਾਂ ਦਾ, ਗੁਰੂ ਕੀ ਸੰਗਤ ਦਾ, ਬਾਲਾ ਪ੍ਰੀਤਮ ਜੀ ਦਾ, ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ। ਗੁਰੂ ਜੀ ਬਖਸ਼ਣਹਾਰ, ਗੁਰੂ ਕਾ ਪੰਥ ਬਖਸ਼ਣਹਾਰ, ਸੰਗਤ ਬਖਸ਼ਣਹਾਰ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।